ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਅਫਸੀਆਂ ਦੀ ਪੋਥੀ ਸ਼ੁਰੂ ਕਰਨ ਜਾ ਰਹੇ ਸੀ, ਲੇਕਿਨ ਪ੍ਰਭੂ ਦਾ ਆਤਮਾ ਮਨ ਦੇ ਵਿਚਾਰ ਨੂੰ ਕਿਸੇ ਹੋਰ ਪਾਸੇ ਲੈ ਕੇ ਜਾ ਰਿਹਾ, ਜਿਸ ਦੀ ਮੈਨੂੰ ਵੀ ਜ਼ਰੂਰਤ ਆ ਔਰ ਅਸੀਂ ਜੋ ਸਭ ਇੱਥੇ ਬੈਠੇ ਹਾਂ ਉਸ ਦੀ ਸਾਨੂੰ ਵੀ ਜ਼ਰੂਰਤ ਆ। ਪ੍ਰਭੂ ਦੇ ਵਚਨ ਦੇ ਵਿੱਚ ਬਹੁਤ ਸਾਰੇ ਹਿੱਸੇ ਆ ਇਸ ਵਿਚਾਰ ਦੇ ਉੱਤੇ, ਲੇਕਿਨ ਅਸੀਂ 3 ਹਿੱਸਿਆਂ ਨੂੰ ਦੇਖਾਂਗੇ ਔਰ ਉਸ ਤੋਂ ਬਾਅਦ ਜਿਸ ਵੈਲੀ ਦੇ ਵਿੱਚ ਅਸੀਂ ਬੈਠੇ ਹਾਂ, ਤੁਹਾਨੂੰ ਮੈਂ ਇਸ ਵੈਲੀ ਦੀ ਇੱਕ ਸੱਚੀ ਕਹਾਣੀ ਸੁਣਾਉਂਗਾ ਔਰ ਦੂਸਰੀ ਆਪਣੇ ਘਰ ਦੀ, ਜੋ ਸਾਡੇ ਆਪਣੇ ਪਰਿਵਾਰ ਦੇ ਵਿੱਚ ਵਾਪਰੀ, ਔਰ ਉਹਨਾਂ ਦੇ ਨਾਲ ਮੈਂ ਤੁਹਾਡਾ ਧਿਆਨ ਇਸ ਵਿਚਾਰ ਨੂੰ ਮਜ਼ਬੂਤ ਕਰਦਿਆਂ ਹੋਇਆਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਜਾਊਂਗਾ। ਮੇਰੇ ਨਾਲ ਹਬਕਕ ਦੀ ਪੋਥੀ ਕੱਢੋ ਔਰ ਉਸ ਦੀ ਪ੍ਰਾਰਥਨਾ ਜੋ ਉਸਨੇ ਤੀਸਰੇ ਚੈਪਟਰ ਦੇ ਵਿੱਚ ਕੀਤੀ, ਜੋ ਉਸਦੀ ਦੁਆ ਆ, ਉਸਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖੀ, ਉਸ ਦੁਆ ਨੂੰ ਅਸੀਂ ਦੇਖਾਂਗੇ ਔਰ ਉਸ ਤੋਂ ਬਾਅਦ ਪ੍ਰਭੂ ਦੇ ਵਚਨ ਦੇ ਵਿੱਚੋਂ ਥੋੜ੍ਹੇ ਜਿਹੇ ਹਿੱਸੇ ਅਸੀਂ ਹੋਰ ਪੜ੍ਹਾਂਗੇ। ਹਬਕੂਕ ਦੀ ਜਿਹੜੀ ਪ੍ਰਾਰਥਨਾ ਆ ਉਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਹਬਕੂਕ ਨਬੀ ਦੀ ਪ੍ਰਭੂ ਦੇ ਅੱਗੇ ਕੀਤੀ ਪ੍ਰਾਰਥਨਾ, ਦੂਸਰੀ ਆਇਤ ਦੇ ਵਿੱਚ ਲਿਖਿਆ, ਤੀਸਰਾ ਪਾਵ 1395 ਪੰਨਾ, ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ, ਉਸ ਦੇ ਵਿੱਚ ਲਿਖਿਆ, ਪ੍ਰਭੂ ਮੈਂ ਤੇਰੇ ਅਦਭੁਤ ਕੰਮਾਂ ਦੇ ਬਾਰੇ ਸੁਣ ਚੁੱਕਾ ਹਾਂ ਅਤੇ ਮੈਂ ਭਗਤੀ ਪੂਰਨ ਭੈ ਦੇ ਨਾਲ ਭਰ ਗਿਆ ਹਾਂ। ਮੈਂ ਭਗਤੀ ਪੂਰਨ ਭੈ ਦੇ ਨਾਲ ਭਰ ਗਿਆ ਹਾਂ। ਤੂੰ ਆ ਰਹੇ ਸਮੇਂ ਵਿੱਚ ਫਿਰ ਉਹ ਕਰ, ਤੂੰ ਆਉਣ ਵਾਲੇ ਕਾਲ ਦੇ ਵਿੱਚ ਫਿਰ ਉਹਨਾਂ ਨੂੰ ਪ੍ਰਗਟ ਕਰ, ਪਰ ਤੂੰ ਆਪਣੇ ਕ੍ਰੋਧ ਸਮੇਂ ਆਪਣੀ ਦਇਆ ਨੂੰ ਵੀ ਯਾਦ ਰੱਖ। ਸੋ ਇਸ ਦੀ ਪ੍ਰਾਰਥਨਾ ਆ, ਕਿਹੜੇ? ਕਹਿੰਦਾ ਜਿਹੜੇ ਕੰਮ ਤੂੰ ਕੀਤੇ ਆ ਉਹਨਾਂ ਨੂੰ ਫਿਰ ਪ੍ਰਗਟ ਹੋਣ ਦੇ, ਉਹਨਾਂ ਨੂੰ ਫਿਰ ਇਸ ਜ਼ਿੰਦਗੀ ਦੇ ਵਿੱਚ ਆਉਣ ਦੇ, ਇਸ ਕਾਲ ਦੇ ਵਿੱਚ ਜੋ ਤੂੰ ਪੁਰਾਣੇ ਕਾਲ ਦੇ ਵਿੱਚ ਕੀਤਾ, ਇਸ ਕਾਲ ਦੇ ਵਿੱਚ ਇਹਨਾਂ ਨੂੰ ਫਿਰ ਹੋਣ ਦੇ, ਪਰ ਆਪਣੇ ਕ੍ਰੋਧ ਦੇ ਸਮੇਂ ਆਪਣੀ ਦਇਆ ਨੂੰ ਯਾਦ ਰੱਖ। ਪਰਮੇਸ਼ਰ ਤੇਮਾਨ ਅਤੇ ਆਦੋਮ ਤੋਂ ਆਇਆ ਹਾਂ, ਪਵਿੱਤਰ ਪੁਰਖ ਪਰਾਨ ਪਹਾੜ ਤੋਂ ਉਤਰਿਆ ਹੈ, ਤਦ ਉਸ ਦੀ ਮਹਿਮਾ ਨਾਲ ਆਕਾਸ਼ ਢੱਕੇ ਗਏ ਅਤੇ ਧਰਤੀ ਉਸ ਦੀ ਵਡਿਆਈ ਦੇ ਨਾਲ ਭਰ ਗਈ। ਪ੍ਰਭੂ ਦੀ ਚਮਕ ਲੋ ਦੇ ਵਾਂਗ ਹਨ, ਉਸ ਦੇ ਹੱਥ ਤੋਂ ਕਿਰਨਾਂ ਫੁੱਟਦੀਆਂ ਸਨ ਅਤੇ ਉੱਥੇ ਉਸ ਦੀ ਮੁਕਤੀ, ਦਾ ਸੈਲਵੇਸ਼ਨ ਆਫ ਦ ਲੋਰਡ, ਉੱਥੇ ਉਸ ਦੀ ਮੁਕਤੀ, ਦੇਖੋ ਵਚਨ 'ਚ ਕੀ ਲਿਖਿਆ, ਲੁਕੀ ਹੋਈ ਸੀ, ਛੁਪੀ ਹੋਈ ਸੀ। ਉਸ ਦੇ ਹੱਥ ਦੇ ਵਿੱਚ ਕਿਰਨਾਂ ਫੁੱਟਦੀਆਂ ਸਨ ਔਰ ਉਸ ਦੇ ਵਿੱਚ ਉਸ ਦੀ ਮੁਕਤੀ ਛੁਪੀ ਹੋਈ ਸੀ। ਸਾਨੂੰ ਇੰਨਾ ਪਤਾ ਕਿ ਯਿਸੂ ਦੇ ਹੱਥ ਦੇ ਵਿੱਚ ਉਹ ਕਿੱਲਾਂ ਦੇ ਨਿਸ਼ਾਨ ਸੀ, ਉਸ ਦੇ ਵਿੱਚ ਉਸ ਦੀ ਮੁਕਤੀ ਛੁਪੀ ਹੋਈ ਸੀ। ਪ੍ਰਭੂ ਦਾ ਵਚਨ ਅੱਗੇ ਦੇਖੋ, ਉਸ ਦੇ ਅੱਗੇ ਵਿਪਤਾਵਾਂ ਅਤੇ ਮਹਾਂਮਾਰੀਆਂ ਉਸ ਦੇ ਨਾਲ ਚੱਲਦੀਆਂ ਸਨ। ਇਹ ਜੀਵਾਇਤ ਆ, ਇਸ ਨੂੰ ਧਿਆਨ ਦੇ ਨਾਲ ਸੁਣੋ। ਉਸ ਦੇ ਅੱਗੇ ਵਿਪਤਾਵਾਂ ਅਤੇ ਮਹਾਂਮਾਰੀਆਂ ਉਸ ਦੇ ਨਾਲ ਚੱਲਦੀਆਂ ਸਨ। ਤਦ ਉਹ ਖੜਾ ਹੋ ਗਿਆ, ਉਸ ਨੂੰ ਦੇਖਦਿਆਂ ਹੀ ਧਰਤੀ ਕੰਬ ਉੱਠੀ, ਸਦੀਆਂ ਤੋਂ ਖੜੇ ਪਹਾੜ ਖਿੱਲਰ ਗਏ, ਸਦੀਆਂ ਤੋਂ ਖੜੇ ਪਹਾੜ ਖਿੱਲਰ ਗਏ, ਪਹਾੜ ਮੈਦਾਨ ਬਣ ਗਏ। ਹਾਂ, ਉਸ ਦੀ ਸ਼ਕਤੀ ਪਹਿਲੇ ਵਾਲੀ ਸੀ। ਅਤੇ ਫਿਰ ਮੈਂ ਕੂਸ਼ ਦੇ ਡੇਰਿਆਂ ਦੇ ਵਿੱਚ ਦੁੱਖ ਦੇਖਿਆ, ਮਦਿਆਨ ਦੇਸ਼ ਦੇ ਲੋਕ ਵੀ ਕੰਬ ਗਏ। ਪ੍ਰਭੂ, ਪਰ ਤੇਰਾ ਗੁੱਸਾ ਦਰਿਆਵਾਂ ਉੱਤੇ ਸੀ, ਕੀ ਤੂੰ ਉਹਨਾਂ ਉੱਤੇ ਕ੍ਰੋਧਿਤ ਹੋਇਆ ਸਾਂ ਜਾਂ ਸਮੁੰਦਰ ਦੇ ਪਾਣੀਆਂ ਉੱਤੇ? ਹਾਂ, ਜਦੋਂ ਤੂੰ ਘੋੜਿਆਂ ਉੱਤੇ ਅਤੇ ਆਪਣੇ ਵਿਜੇਈ ਰੱਥ ਦੀ ਸਵਾਰੀ ਕੀਤੀ, ਤੂੰ ਆਪਣਾ ਤੀਰ ਕਮਾਨ ਖੋਲ ਕੇ ਬਾਹਰ ਕੱਢਿਆ ਅਤੇ ਉਸ ਉੱਤੇ ਚੜਾਇਆ,
ਤਦ ਧਰਤੀ ਦਰਿਆਵਾਂ ਦੇ ਨਾਲ ਭਰ ਗਈ, ਪਹਾੜ ਤੈਨੂੰ ਦੇਖ ਕੇ ਕੰਬ ਉੱਠੇ, ਪਾਣੀਆਂ ਨੇ ਜ਼ੋਰਦਾਰ ਹੜ੍ਹ ਦਾ ਰੂਪ ਧਾਰ ਲਿਆ, ਡੂੰਘਾਈ ਨੇ ਆਪਣੀ ਆਵਾਜ਼ ਬੰਦ ਕਰ ਲਈ ਅਤੇ ਆਪਣੇ ਆਪ ਨੂੰ ਤੇਰੇ ਹੱਥੀਂ ਸੌਂਪ ਦਿੱਤਾ। ਤੇਰੇ ਤੀਰਾਂ ਦੀ ਲਸ਼ਕ ਦੇ ਕਾਰਨ, ਤੇਰੇ ਨੇਜੇ ਦੀ ਚਮਕ ਦੇ ਕਾਰਨ ਸੂਰਜ ਅਤੇ ਚੰਦ ਆਪਣੀ ਥਾਂ ਤੇ ਖੜੋ ਗਏ। ਤੂੰ ਧਰਤੀ ਨੂੰ ਬੁਰੀ ਤਰ੍ਹਾਂ ਨਾਲ ਗਾਇਆ ਅਤੇ ਕੌਮਾਂ ਨੂੰ ਆਪਣੇ ਕ੍ਰੋਧ ਦੇ ਨਾਲ ਮਿੱਧਿਆ। ਤੂੰ ਆਪਣੇ ਲੋਕਾਂ ਦੀ ਮੁਕਤੀ ਦੇ ਲਈ ਨਿਕਲਿਆ ਅਤੇ ਆਪਣੇ ਅਭਿਸ਼ੇਕਤ ਦੇ ਬਚਾਅ ਦੇ ਲਈ, ਸੋ ਤੂੰ ਦੁਸ਼ਟ ਦੇ ਟੱਬਰ ਦੇ ਸਰਦਾਰ ਨੂੰ ਪੂਰਾ ਨੰਗਾ ਕੀਤਾ। ਤੂੰ ਉਹਨਾਂ ਦੇ ਹਥਿਆਰਾਂ ਦੇ ਨਾਲ ਉਹਨਾਂ ਦੇ ਲੜਾਕੂਆਂ ਦੇ ਸਿਰ ਕੱਟ ਦਿੱਤੇ, ਜੋ ਹਵਾ ਦੇ ਵਾਂਗ ਨੱਚਦੇ ਗਾਉਂਦੇ ਅਤੇ ਸਾਨੂੰ ਨਾਸ਼ ਕਰਨ ਦੇ ਲਈ ਆਏ ਸੀ, ਜਿਸ ਤਰ੍ਹਾਂ ਉਹ ਗਰੀਬ ਦੇ ਨਾਲ ਕਰਦੇ ਹਨ। ਤੂੰ ਆਪਣੇ ਘੋੜ ਸਵਾਰਾਂ ਦੇ ਨਾਲ ਸਮੁੰਦਰ ਨੂੰ ਇੰਨਾ ਗਾਇਆ ਕਿ ਉਸ ਦੇ ਪਾਣੀਆਂ ਦੀਆਂ ਉੱਚੀਆਂ ਛੱਲਾਂ ਦੇ ਰੂਪ ਧਾਰ ਲਿਆ। ਮੈਂ ਇਹ ਸਭ ਸੁਣ ਕੇ ਕੰਬ ਉੱਠਿਆ, ਮੇਰੇ ਬੁੱਲ ਆਪੋ ਵਿੱਚ ਜੁੜ ਗਏ, ਮੇਰੀਆਂ ਹੱਡੀਆਂ ਸੜਨ ਲੱਗੀਆਂ ਅਤੇ ਮੇਰੇ ਕਦਮ ਡਗਮਗਾ ਗਏ। ਹਾਂ, ਮੈਂ ਦੁੱਖ ਭਰੇ ਦਿਨ ਦੀ ਚੁੱਪਚਾਪ ਉਡੀਕ ਕਰਾਂਗਾ ਅਤੇ ਜੋ ਸਾਡੇ ਉੱਤੇ ਹੱਲਾ ਬੋਲਣ ਵਾਲਿਆਂ ਦੇ ਉੱਤੇ ਆਵੇਗਾ। ਇਹ ਹਾਲਤ ਔਰ ਹਾਲਾਤ ਧਰਤੀ ਦਾ ਹੋਵੇਗਾ। ਔਰ ਹੁਣ ਦੇਖੋ ਪ੍ਰਭੂ ਦਾ ਬੰਦਾ ਕੀ ਕਹਿ ਰਿਹਾ। ਬੇਸ਼ੱਕ ਅੰਜੀਰ ਦੇ ਰੁੱਖ ਨਾ ਫਲਣ, ਅੰਗੂਰੀ ਵੇਲਾਂ ਨੂੰ ਅੰਗੂਰ ਨਾ ਲੱਗਣ, ਜੈਤੂਨ ਦੀ ਪੈਦਾਵਾਰ ਨਾ ਰਹੇ, ਖੇਤ ਦੇ ਵਿੱਚ ਫਸਲ ਨਾ ਹੋਵੇ, ਬਾੜੇ ਇੱਜੜਾਂ ਤੋਂ ਖਾਲੀ ਹੋ ਜਾਣ, ਚਰਾਂਦਾ ਵੱਗ ਤੋਂ ਰਹਿਤ ਹੋ ਜਾਣ, ਇਹ ਸਭ ਹੋਣ ਤੇ ਵੀ ਮੈਂ ਪ੍ਰਭੂ ਦੀ ਸੰਗਤ ਦੇ ਵਿੱਚ ਆਨੰਦ ਬਣਾਵਾਂਗਾ। ਮੈਂ ਆਪਣੇ ਮੁਕਤੀ ਦਾਤਾ ਪਰਮੇਸ਼ਵਰ, ਮੈਂ ਆਪਣੇ ਮੁਕਤੀ ਦਾਤਾ ਪਰਮੇਸ਼ਵਰ ਤੋਂ ਖੁਸ਼ ਹੋਵਾਂਗਾ। ਮੈਂ ਆਪਣੇ ਮੁਕਤੀ ਦਾਤਾ ਪਰਮੇਸ਼ਵਰ ਤੋਂ ਖੁਸ਼ ਹੋਵਾਂਗਾ। ਪ੍ਰਭੂ ਪਰਮੇਸ਼ਵਰ ਮੇਰਾ ਬਲ ਹੈ। ਉਹ ਮੇਰੇ ਪੈਰਾਂ ਨੂੰ ਹਰਨੀ ਦੇ ਪੈਰਾਂ ਵਰਗੇ ਬਣਾਉਂਦਾ ਹੈ ਅਤੇ ਉਹ ਹੀ ਮੈਨੂੰ ਉਚਾਈਆਂ ਨੂੰ ਪਾਰ ਕਰਨ ਦੀ ਸ਼ਕਤੀ ਦਿੰਦਾ ਹੈ। ਪ੍ਰਭੂ ਦਾ ਇਹ ਵਚਨ ਸਾਡੀ ਆਤਮਾ, ਸਾਡੇ ਸਰੀਰ ਔਰ ਸਭ ਤੋਂ ਜ਼ਿਆਦਾ ਸਾਡੇ ਅੰਦਰ ਵਸਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੰਮ ਕਰੇ। ਮੇਰੇ ਨਾਲ ਡੈਨੀਅਲ ਨਬੀ ਦਾ 3 ਭਾਵ ਕੱਢੋ। ਡੈਨੀਅਲ ਚੈਪਟਰ 3। ਹਿਜ਼ਕੀਏਲ ਦੀ ਨਬੀ ਦੀ ਕਿਤਾਬ ਤੋਂ ਬਾਅਦ ਦਾਨੀਅਲ ਦੀ ਕਿਤਾਬ ਆਉਂਦੀ ਆ। ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ, ਉਸ ਦਾ ਪੰਨਾ 1320। ਮੈਂ ਉਸ ਦੀ 8ਵੀਂ ਆਇਤ ਤੋਂ ਪੜ੍ਹੂੰਗਾ। ਜਿਹੜਾ ਉੱਥੇ ਦਾ ਰਾਜਾ ਨਬੂਕਦਨਸਰ ਰਾਜਾ ਆ, ਪਰਮੇਸ਼ਰ ਨੇ ਉਸ ਨੂੰ ਜਿੱਤ ਦਿੱਤੀ ਹੈ, ਆਪਣੀ ਕੌਮ ਤੇ ਉਸ ਨੂੰ ਜਿੱਤ ਦਿੱਤੀ ਹੈ। ਯਰੂਸ਼ਲਮ ਦੇ ਲੋਕਾਂ ਨੂੰ ਬੰਦੀ ਬਣਾ ਕੇ ਉਹ ਆਪਣੇ ਦੇਸ਼ ਨੂੰ ਲੈ ਕੇ ਗਿਆ ਆ। ਬੰਦੀ ਲੋਕ ਉੱਥੇ ਰਹਿ ਰਹੇ ਆ ਔਰ ਉੱਥੇ ਉਸਨੇ ਇੱਕ ਬੁੱਤ ਬਣਾਇਆ ਜਿਸ ਦੀ ਉਸਦੀ ਆਪਣੀ ਸ਼ਕਲ ਤੇ ਸੀ। ਉਸਨੇ ਕਿਹਾ ਇਸ ਦੇ ਮੋਹਰੇ ਜਿਹੜਾ ਨਹੀਂ ਝੁਕੇਗਾ ਉਸ ਨੂੰ ਅੱਗ ਦੇ ਵਿੱਚ ਸੁੱਟ ਦਿੱਤਾ ਜਾਏਗਾ, ਉਸ ਨੂੰ ਮਾਰ ਦਿੱਤਾ ਜਾਏਗਾ। 8ਵੀਂ ਆਇਤ ਤੋਂ ਮੈਂ ਪੜ੍ਹੂੰਗਾ। 3 ਭਾਵ ਉਸ ਦੀ 8ਵੀਂ ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ, ਤਦ ਉਸ ਸਮੇਂ ਬਾਈਬਲ ਦੇ ਕੁਝ ਲੋਕਾਂ ਨੇ ਯਹੂਦੀਆਂ ਦਾ ਅਪਮਾਨ ਕਰਨਾ ਚਾਹਿਆ। ਉਹਨਾਂ ਨੇ ਰਾਜਾ ਨਬੂਕਦਨਸਰ ਨੂੰ ਕਿਹਾ, ਮਹਾਰਾਜ ਦੀ ਉਮਰ ਲੰਬੀ ਹੋਵੇ। ਮਹਾਰਾਜ ਨੇ ਇਹ ਹੁਕਮ ਦਿੱਤਾ ਸੀ ਕਿ ਸਾਜ਼ਾਂ ਦੇ ਸ਼ੁਰੂ ਹੋਣ ਤੋਂ ਤੁਰੰਤ ਹਰ ਕੋਈ ਨਿਉ ਕੇ ਸੋਨੇ ਦੇ ਬੁੱਤ ਦੀ ਪੂਜਾ ਕਰੇ ਅਤੇ ਜੋ ਕੋਈ ਰਾਜਾ ਦੇ ਇਸ ਹੁਕਮ ਦੀ ਉਲੰਘਣਾ ਕਰੇਗਾ ਉਸ ਨੂੰ ਬਲ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਪਰ ਇੱਥੇ ਕੁਝ ਯਹੂਦੀ ਸਦਰਕ, ਮੇਸ਼ਕ ਅਤੇ ਅਬਦਨਗੋ ਹਨ ਜੋ ਮਹਾਰਾਜ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ। ਉਹ ਤੁਹਾਡੇ ਦੇਵਤੇ ਦੀ ਨਾ ਤਾਂ ਪੂਜਾ ਕਰਦੇ ਹਨ ਤੇ ਨਾ ਹੀ ਤੁਹਾਡੇ ਬਣਾਏ ਸੋਨੇ ਦੇ ਬੁੱਤ ਦੇ ਅੱਗੇ ਮੱਥਾ ਟੇਕਦੇ ਹਨ।
ਇਹ ਸੁਣ ਕੇ ਰਾਜਾ ਗੁੱਸੇ ਦੇ ਨਾਲ ਭਰ ਗਿਆ। ਉਸਨੇ ਉਹਨਾਂ ਤਿੰਨਾਂ ਨੂੰ ਪੇਸ਼ ਕਰਨ ਦੀ ਆਗਿਆ ਦਿੱਤੀ। ਰਾਜਾ ਨੇ ਉਹਨਾਂ ਤਿੰਨਾਂ ਨੂੰ ਪੁੱਛਿਆ, ਹੇ ਸਦਰਕ, ਮੇਸ਼ਕ ਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਾ ਦੀ ਪੂਜਾ ਕਰਨ ਅਤੇ ਮੇਰੇ ਬਣਾਏ ਦੇਵਤੇ ਦੀ ਪੂਜਾ ਕਰਨ ਅਤੇ ਮੇਰੇ ਬਣਾਏ ਸੋਨੇ ਦੇ ਬੁੱਤ ਨੂੰ ਮੱਥਾ ਟੇਕਣ ਤੋਂ ਇਨਕਾਰ ਕੀਤਾ ਹੈ? ਸੋ ਹੁਣ ਜਦੋਂ ਇਹਨਾਂ ਸਾਜ਼ਾਂ ਬਿਗਲ, ਬੰਸਰੀ, ਬਰਬਤ, ਸਰੰਗੀ ਅਤੇ ਬੀਨ ਦੀ ਆਵਾਜ਼ ਸੁਣੋ ਤਾਂ ਤੁਸੀਂ ਮੇਰੇ ਬਣਾਏ ਬੁੱਤ ਦੇ ਅੱਗੇ ਨਿਉ ਕੇ ਉਸ ਦੀ ਪੂਜਾ ਕਰਨਾ। ਜੇਕਰ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਤੁਰੰਤ ਅੱਗ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ ਜਾਵੇਗਾ। ਕਿ ਤੁਸੀਂ ਸੋਚਦੇ ਹੋ ਕਿ ਤੁਹਾਡਾ ਕੋਈ ਦੇਵਤਾ ਤੁਹਾਨੂੰ ਮੇਰੇ ਹੱਥੋਂ ਬਚਾ ਸਕੇਗਾ? ਪਰ ਸਦਰਕ, ਮੇਸ਼ਕ ਅਤੇ ਅਬਦਨਗੋ ਨੇ ਰਾਜਾ ਨੂੰ ਉੱਤਰ ਦਿੱਤਾ, ਮਹਾਰਾਜ, ਅਸੀਂ ਤੁਹਾਡੇ ਇਹਨਾਂ ਸ਼ਬਦਾਂ ਦਾ ਉੱਤਰ ਨਹੀਂ ਦੇਵਾਂਗੇ। ਪਰਮੇਸ਼ਵਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ, ਜੇਕਰ ਉਹ ਬਲ ਦੀ ਭੱਠੀ ਦੇ ਵਿੱਚੋਂ ਤੁਹਾਡੀ ਸ਼ਕਤੀ ਤੋਂ ਬਚਾਉਣ ਦੇ ਯੋਗ ਹੈ ਤਾਂ ਜ਼ਰੂਰ ਬਚਾਏਗਾ। ਪਰ ਜੇਕਰ ਉਹ ਸਾਨੂੰ ਨਾ ਵੀ ਬਚਾਵੇਗਾ ਤਾਂ ਵੀ ਅਸੀਂ ਤੁਹਾਡੇ ਬਣਾਏ ਦੇਵਤੇ ਦੀ ਪੂਜਾ ਨਹੀਂ ਕਰਾਂਗੇ ਤੇ ਨਾ ਹੀ ਤੁਹਾਡੇ ਬੁੱਤ ਦੇ ਅੱਗੇ ਮੱਥਾ ਟੇਕਾਂਗੇ। ਇਹ ਵਚਨ ਦੇ ਪੜ੍ਹੇ ਜਾਣ ਤੇ ਔਰ ਇਸ ਤੋਂ ਮਿਲੀ ਸਿੱਖਿਆ ਤੇ ਖੁਦਾਵੰਦ ਆਪਣੀ ਬਰਕਤ ਪਾਏ ਔਰ ਸਾਡੇ ਮਨ ਨੂੰ, ਸਾਡੇ ਤਨ ਨੂੰ, ਸਾਡੀ ਆਤਮਾ ਨੂੰ ਆਪਣੀ ਨਜ਼ਦੀਕੀ ਬਖਸ਼ੇ। ਮੇਰੇ ਨਾਲ ਤੁਸੀਂ ਅਯੂਬ ਦੇ ਪੋਥੀ ਦੇ ਵਿੱਚ ਆ ਜਾਓ। ਸਾਮਸ ਤੋਂ ਪਹਿਲਾਂ, ਭਜਨਾਂ ਦੀ ਪੋਥੀ ਤੋਂ ਪਹਿਲਾਂ ਅਯੂਬ ਦੀ ਪੋਥੀ ਆਉਂਦੀ ਆ ਔਰ ਉਸ ਦੇ ਪਹਿਲੇ ਔਰ ਦੂਜੇ ਚੈਪਟਰ ਦੇ ਵਿੱਚੋਂ ਮੈਂ ਥੋੜ੍ਹੀਆਂ ਜਿਹੀਆਂ ਆਇਤਾਂ ਪੜ੍ਹੂੰਗਾ। ਮੈਂ ਸਾਰਾ ਤਾਂ ਪੜ੍ਹ ਨਹੀਂ ਸਕਦਾ, ਲੇਕਿਨ ਇਹਦੇ ਵਿੱਚੋਂ ਮੈਂ ਥੋੜ੍ਹੀਆਂ ਜਿਹੀਆਂ ਆਇਤਾਂ ਜ਼ਰੂਰ ਪੜ੍ਹੂੰਗਾ, ਜਿਸ ਦੇ ਨਾਲ ਜਿਸ ਵਿਚਾਰ ਦੇ ਬਾਰੇ ਅਸੀਂ ਦੇਖਣ ਜਾ ਰਹੇ ਹਾਂ, ਪ੍ਰਭੂ ਸਾਡਾ ਮਨ ਇਹਨਾਂ ਹਿੱਸਿਆਂ ਦੇ ਨਾਲ ਉਸ ਵਿਚਾਰ ਦੇ ਲਈ ਤਿਆਰ ਕਰੇ। ਅਯੂਬ ਨਾਂ ਦਾ ਇੱਕ ਆਦਮੀ, 766 ਪੰਨਾ ਅਗਰ ਤੁਹਾਡੇ ਕੋਲ ਨਵੀਆਂ ਬਾਈਬਲਾਂ। ਅਯੂਬ ਨਾਂ ਦਾ ਇੱਕ ਆਦਮੀ ਸੀ ਜੋ ਉਸ ਦੇਸ਼ ਦੇ ਵਿੱਚ ਰਹਿੰਦਾ ਸੀ। ਉਹ ਇੱਕ ਭਲਾ ਅਤੇ ਨਿਹਕਲੰਕ ਆਦਮੀ ਸੀ। ਉਹ ਪਰਮੇਸ਼ਵਰ ਦਾ ਡਰ ਰੱਖਦਾ, ਬੁਰਾਈ ਤੋਂ ਹਰ ਸਮੇਂ ਦੂਰ ਰਹਿੰਦਾ ਸੀ। ਉਸਦੇ 7 ਪੁੱਤਰ 3 ਪੁੱਤਰੀਆਂ ਸਨ। ਉਸਦੇ ਕੋਲ 7000 ਭੇਡਾਂ, 3000 ਊਂਠ, 500 ਜੋੜੀ ਬਲਦ ਅਤੇ 500 ਗਧੀਆਂ ਸਨ। ਸੋ ਅਗਰ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਣਾ ਹੋਵੇ ਤਾਂ ਇਸ ਆਦਮੀ ਦੇ ਕੋਲ ਭੇਡਾਂ, ਬੱਕਰੀਆਂ ਦਾ ਪੂਰਾ ਇੱਜੜ, ਜੋ ਅਸੀਂ ਆਪਣੇ ਸਾਰੇ ਸ਼ਹਿਰ ਦੇ ਵਿੱਚ ਜਿਸ ਨੂੰ ਚਾਰਨ ਦੇ ਲਈ ਉਸ ਨੂੰ ਜ਼ਮੀਨ ਇੰਨੀ ਚਾਹੀਦੀ ਕਿ ਜਿੱਡਾ ਸਾਡਾ ਸ਼ਹਿਰ ਆ, ਜਿੱਡਾ ਐਬਟਸਫੋਰਡ ਆ, ਇੰਨੀ ਜ਼ਮੀਨ ਦਾ ਉਹ ਮਾਲਕ ਆ। ਉਸ ਦੇ ਕੋਲ ਵਚਨ ਦੇ ਵਿੱਚ ਦੱਸਿਆ ਕਿ ਉਸ ਦੇ ਕੋਲ 3000 ਊਂਠ, ਇੱਕ ਆਦਮੀ ਦੇ ਕੋਲ 3000 ਟਰੱਕ ਖੜੇ ਹੋਣ। 3000 ਇੱਕ ਆਦਮੀ ਦੇ ਕੋਲ ਸੈਮੀ ਟਰੱਕ ਖੜੇ ਹੋਣ ਜਿਹੜੇ ਮਾਲ ਮੱਤਾ ਢੋਂਦੇ ਆ, ਔਰ ਉਸ ਤੋਂ ਬਾਅਦ ਮਾਲ ਮੱਤਾ ਰੱਖਣ ਦੇ ਲਈ ਉਹਦੇ ਕੋਲ ਗੋਦਾਮ ਹੋਣ, ਔਰ ਫਿਰ ਉਹਨਾਂ ਨੂੰ ਉਸ ਮਾਲ ਮੱਤੇ ਨੂੰ ਜਗ੍ਹਾ ਜਗ੍ਹਾ ਪਹੁੰਚਾਉਣ ਦੇ ਲਈ ਉਸ ਬੰਦੇ ਦੇ ਕੋਲ ਤੁਸੀਂ ਇਹ ਕਹਿ ਲਓ ਕਿ ਉਸ ਦੇ ਕੋਲ 3000 ਟਰੱਕ, 500 ਜੋੜੀ ਬਲਦ ਆ, ਯਾਨੀ ਕਿ 500 ਉਸ ਦੇ ਕੋਲ 5 ਟਨ ਟਰੱਕ ਆ ਜਿਸ ਦੇ ਨਾਲ ਸਮਾਨ ਗਾਂਹ ਪਹੁੰਚਾਇਆ ਜਾਂਦਾ, ਔਰ 300 ਉਸ ਵਚਨ ਦੇ ਵਿੱਚ ਦੱਸਿਆ, ਔਰ 500 ਉਸ ਦੇ ਕੋਲ ਗਧੀਆਂ ਸੀ, 500 ਉਸ ਦੇ ਕੋਲ ਛੋਟੇ ਟਰੱਕ ਹੋਣ ਅੱਜ ਦੇ ਸਮੇਂ ਦੇ ਵਿੱਚ। ਸੋ ਉਹ ਪੂਰਬ ਦੇ ਲੋਕਾਂ ਦੇ ਵਿੱਚ ਸਭ ਤੋਂ ਵੱਡਾ ਅਮੀਰ ਆਦਮੀ ਸੀ। ਅਯੂਬ ਦੇ ਪੁੱਤਰ ਵਾਰੀ-ਵਾਰੀ ਆਪਣੇ ਘਰ ਪ੍ਰੇਮ ਭੋਜ ਕਰਦੇ, ਜਿਸ ਵਿੱਚ 7 ਭਰਾ ਸ਼ਾਮਲ ਹੁੰਦੇ। ਆਪਣੀਆਂ 3 ਭੈਣਾਂ ਨੂੰ ਵੀ ਆਪਣੇ ਨਾਲ ਸ਼ਾਮਲ ਕਰਨ ਦੇ ਲਈ ਸੱਦਾ ਦਿੰਦੇ ਸਨ। ਇਸ ਤਰ੍ਹਾਂ ਉਹ ਹਰ ਵਾਰ ਮਿਲ ਕੇ ਬੈਠਦੇ, ਖਾਂਦੇ ਪੀਂਦੇ ਸਨ। ਪਰ ਹਰ ਦਿਨ ਅਯੂਬ ਸਵੇਰ ਉੱਠ ਕੇ ਆਪਣੇ ਸਭ ਪੁੱਤਰਾਂ ਦੇ ਸ਼ੁੱਧੀਕਰਨ ਦੇ ਲਈ ਵੱਖ-ਵੱਖ ਬਲੀਆਂ ਚੜਾਉਂਦਾ। ਉਹ ਸੋਚਦਾ ਸੀ ਕਿ ਹੋ ਸਕਦਾ ਹੈ ਕਿ ਮੇਰੇ ਕਿਸੇ ਪੁੱਤਰ ਨੇ ਅਣਜਾਣੇ ਵਿੱਚ ਪਰਮੇਸ਼ਵਰ ਦੀ ਨਿੰਦਾ ਕੀਤੀ ਹੋਵੇ। ਬੰਦੇ ਦੀ ਤੁਸੀਂ ਲਾਈਫ ਦੇਖੋ। ਠਹਿਰਾਏ ਦਿਨ ਹੋਏ ਜਦੋਂ ਦੈਵੀ ਪੁੱਤਰ ਪ੍ਰਭੂ ਦੇ ਸਾਹਮਣੇ ਹਾਜ਼ਰ ਹੋਏ ਤਾਂ ਉਹਨਾਂ ਦੇ ਨਾਲ ਸ਼ੈਤਾਨ ਵੀ ਆਇਆ। ਉਸ ਸਮੇਂ ਪ੍ਰਭੂ ਨੇ ਸ਼ੈਤਾਨ ਤੋਂ ਪੁੱਛਿਆ, ਤੂੰ ਕਿੱਥੋਂ ਆਇਆ ਹੈ? ਸ਼ੈਤਾਨ ਨੇ ਉੱਤਰ ਦਿੱਤਾ, ਮੈਂ ਧਰਤੀ ਦੇ ਵਿੱਚ ਇੱਧਰ ਉੱਧਰ ਘੁੰਮ ਕੇ ਆ ਰਿਹਾ ਹਾਂ।
ਪ੍ਰਭੂ ਨੇ ਉਸ ਤੋਂ ਪੁੱਛਿਆ ਕਿ ਤੂੰ ਮੇਰੇ ਦਾਸ ਅਯੂਬ ਨੂੰ ਦੇਖਿਆ ਹੈ? ਉਸ ਵਰਗਾ ਮੇਰੇ ਦਾਸ ਅਯੂਬ ਨੂੰ ਦੇਖਿਆ ਹੈ, ਉਸ ਵਰਗਾ ਧਰਤੀ ਤੇ ਕੋਈ ਦੂਜਾ ਮਨੁੱਖ ਨਹੀਂ ਹੈ। ਉਹ ਇੱਕ ਭਲਾ ਤੇ ਨੇਕਲੰਕ ਆਦਮੀ ਹੈ। ਉਹ ਪਰਮੇਸ਼ਰ ਦਾ ਡਰ ਰੱਖਦਾ ਅਤੇ ਬੁਰਾਈ ਤੋਂ ਹਰ ਸਮੇਂ ਦੂਰ ਰਹਿੰਦਾ ਹੈ। ਸ਼ੈਤਾਨ ਨੇ ਉੱਤਰ ਦਿੱਤਾ, ਅਯੂਬ ਮੁਫਤ ਵਿੱਚ ਹੀ ਤੇਰੇ ਤੋਂ ਨਹੀਂ ਡਰਦਾ। ਤੂੰ ਉਸ ਨੂੰ, ਉਸਦੇ ਟੱਬਰ ਨੂੰ, ਹਰ ਚੀਜ਼ ਨੂੰ ਹਰ ਪਾਸਿਓਂ ਸੁਰੱਖਿਅਤ ਰੱਖਿਆ ਹੈ। ਤੂੰ ਉਸਦੇ ਹੱਥਾਂ ਦੇ ਕੰਮਾਂ ਨੂੰ ਅਸੀਸ ਦਿੱਤੀ ਹੈ ਅਤੇ ਉਸਦੇ ਮਾਲ ਡੰਗਰ ਦੇ ਨਾਲ ਸਾਰਾ ਦੇਸ਼ ਭਰ ਗਿਆ ਹੈ। ਜੇਕਰ ਤੂੰ ਥੋੜੇ ਸਮੇਂ ਦੇ ਲਈ ਆਪਣਾ ਅਸੀਸ ਅਤੇ ਸੁਰੱਖਿਆ ਵਾਲਾ ਹੱਥ ਉਸ ਤੋਂ ਦੂਰ ਕਰ ਲਵੇਂ, ਤੇਰੇ ਮੂੰਹ ਤੇ ਤੇਰੀ ਨਿੰਦਾ ਕਰੇਗਾ। ਪ੍ਰਭੂ ਨੇ ਸ਼ੈਤਾਨ ਨੂੰ ਕਿਹਾ, ਠੀਕ ਹੈ, ਜੋ ਕੁਝ ਅਯੂਬ ਦਾ ਹੈ ਤੇਰੇ ਹੱਥ ਵਿੱਚ ਹੈ। ਤੂੰ ਉਸ ਨੂੰ ਕੁਝ ਨਹੀਂ ਕਹੇਗਾ। ਸ਼ੈਤਾਨ ਉਸ ਦੇ ਸਾਹਮਣਿਓਂ ਚਲਾ ਗਿਆ। ਇੱਕ ਦਿਨ ਅਯੂਬ ਦੇ ਪੁੱਤਰ ਅਤੇ ਪੁੱਤਰੀਆਂ ਆਪਣੇ ਵੱਡੇ ਭਰਾ ਦੇ ਘਰ ਖਾ ਪੀ ਰਹੇ ਸਨ। ਉਸ ਸਮੇਂ ਇੱਕ ਨੌਕਰ ਦੌੜਦਾ ਹੋਇਆ ਆਇਆ, ਅਯੂਬ ਦੇ ਕੋਲ ਗਿਆ ਅਤੇ ਬੋਲਿਆ, ਮਾਲਕ, ਅਸੀਂ ਸਭ ਬਲਦਾਂ ਦੇ ਪਿੱਛੇ ਹਲ ਵਾਹ ਰਹੇ ਸਨ। ਗਧੀਆਂ ਸਾਡੇ ਲਾਗੇ ਹੀ ਚੱਲ ਰਹੀਆਂ ਸਨ ਕਿ ਸ਼ਬਾ ਦੇ ਕਬੀਲੇ ਦੇ ਲੋਕਾਂ ਨੇ ਅਚਾਨਕ ਸਾਡੇ ਤੇ ਹੱਲਾ ਬੋਲ ਦਿੱਤਾ ਅਤੇ ਸਭ ਕੁਝ ਲੁੱਟ ਕੇ ਲੈ ਗਏ। ਉਹਨਾਂ ਨੇ ਤੁਹਾਡੇ ਸਭ ਨੌਕਰਾਂ ਨੂੰ ਕਤਲ ਕਰ ਦਿੱਤਾ, ਸਿਵਾਏ ਮੇਰੇ ਇਕੱਲੇ ਦੇ ਜੋ ਬਚ ਕੇ ਨੱਠ ਆਇਆ। ਅਜੇ ਉਹ ਨੌਕਰ ਆਪਣੀ ਗੱਲ ਕਹਿ ਹੀ ਰਿਹਾ ਸੀ, ਦੂਜਾ ਨੌਕਰ ਉੱਥੇ ਆਇਆ ਅਤੇ ਬੋਲਿਆ, ਮਾਲਕ, ਆਕਾਸ਼ ਤੋਂ ਬਿਜਲੀ ਡਿੱਗੀ ਅਤੇ ਸਭ ਭੇਡਾਂ ਅਤੇ ਚਰਵਾਹਿਆਂ ਨੂੰ ਸਾੜ ਕੇ ਭਸਮ ਕਰ ਦਿੱਤੀ। ਮੈਂ ਇਕੱਲਾ ਹੀ ਬਚ ਕੇ ਤੁਹਾਡੇ ਕੋਲ ਆਇਆ। ਦੂਜਾ ਨੌਕਰ ਆਪਣੀ ਗੱਲ ਖਤਮ ਹੀ ਕਰ ਰਿਹਾ ਸੀ ਕਿ ਨੌਕਰ ਆਇਆ ਅਤੇ ਬੋਲਿਆ, ਮਾਲਕ, ਕਸਦੀ ਲੋਕਾਂ ਨੇ ਤੇਰੇ 3 ਦਲਾਂ ਦੇ ਵਿੱਚ ਆ ਕੇ ਸਾਡੇ ਉੱਤੇ ਹੱਲਾ ਬੋਲਿਆ, ਤੇਰੇ ਸਭ ਊਂਠਾਂ ਨੂੰ ਖੋਹ ਕੇ ਲੈ ਗਏ ਅਤੇ ਉਹ ਤੁਹਾਡੇ ਸਭ ਨੌਕਰਾਂ ਨੂੰ ਕਤਲ ਕਰ ਦਿੱਤਾ। ਕੇਵਲ ਮੈਂ ਹੀ ਇਕੱਲਾ ਆਇਆ ਹਾਂ। ਤੀਜਾ ਨੌਕਰ ਆਪਣੀ ਗੱਲ ਖਤਮ ਹੀ ਕਰ ਰਿਹਾ ਸੀ ਕਿ ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, ਮਾਲਕ, ਤੁਹਾਡੇ ਸਭ ਪੁੱਤਰ ਅਤੇ ਪੁੱਤਰੀਆਂ ਵੱਡੇ ਭਰਾ ਦੇ ਘਰ ਖਾ ਪੀ ਰਹੇ ਸਨ। ਇੱਕ ਵੱਡੀ ਹਨੇਰੀ ਆਈ, ਉਜਾੜ ਵੱਲੋਂ ਆਈ ਅਤੇ ਉਸਨੇ ਘਰ ਦੇ ਚਾਰੇ ਪਾਸੇ ਟੱਕਰ ਮਾਰੀ, ਜੋ ਤੁਰੰਤ ਡਿੱਗ ਪਿਆ ਅਤੇ ਤੁਹਾਡੀ ਸਾਰੀ ਸੰਤਾਨ ਤੁਹਾਡੇ ਨੌਕਰਾਂ ਸਮੇਤ ਮਲਬੇ ਦੇ ਹੇਠ ਆ ਕੇ ਮਰ ਗਈ। ਕੇਵਲ ਮੈਂ ਹੀ ਇਕੱਲਾ ਬਚ ਕੇ ਆਇਆ। ਇਹ ਸਭ ਸੁਣ ਕੇ ਅਯੂਬ ਅਤ ਦੁਖੀ ਹਾਲਤ ਦੇ ਵਿੱਚ ਉੱਠਿਆ। ਉਸਨੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁੰਨਾਇਆ, ਧਰਤੀ ਦੇ ਉੱਤੇ ਮੂੰਹ ਲੰਮਾ ਪੈ ਕੇ ਉਪਾਸਨਾ ਕੀਤੀ ਅਤੇ ਉਸਨੇ ਕਿਹਾ, ਨੰਗਾ ਆਪਣੀ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲਿਆ ਸੀ, ਨੰਗਾ ਹੀ ਇਸ ਧਰਤੀ ਤੋਂ ਕੂਚ ਹੋ ਜਾਵਾਂਗਾ। ਇਹ ਸਭ ਜੋ ਪ੍ਰਭੂ ਨੇ ਦਿੱਤਾ ਸੀ ਅਤੇ ਉਸੇ ਨੇ ਹੀ ਵਾਪਸ ਲੈ ਲਿਆ, ਉਸ ਦਾ ਨਾਮ ਧੰਨ ਹੋਏ। ਸੋ ਇਹਨਾਂ ਸਭ ਵਿਪਤਾਵਾਂ ਦੇ ਹੋਣ ਤੇ ਵੀ ਅਯੂਬ ਨੇ ਪਰਮੇਸ਼ਵਰ ਦੀ ਨਿੰਦਾ ਕਰਕੇ ਉਸ ਦੇ ਵਿਰੁੱਧ ਪਾਪ ਨਾ ਕੀਤਾ। ਇੱਕ ਵਾਰ ਫਿਰ ਦੈਵੀ ਪੁੱਤਰ ਪ੍ਰਭੂ ਦੇ ਸਾਹਮਣੇ ਹਾਜ਼ਰ ਹੋਏ ਅਤੇ ਉਹਨਾਂ ਦੇ ਨਾਲ ਸ਼ੈਤਾਨ ਵੀ ਸੀ। ਪ੍ਰਭੂ ਨੇ ਸ਼ੈਤਾਨ ਤੋਂ ਪੁੱਛਿਆ, ਤੂੰ ਕਿੱਥੋਂ ਆਇਆ ਹਾਂ? ਧਰਤੀ ਤੇ ਇੱਧਰ ਉੱਧਰ ਘੁੰਮ ਫਿਰ ਕੇ ਆਇਆ ਹਾਂ। ਪ੍ਰਭੂ ਨੇ ਪੁੱਛਿਆ, ਕੀ ਤੂੰ ਮੇਰੇ ਬੰਦੇ ਅਯੂਬ ਨੂੰ ਦੇਖਿਆ ਹੈ? ਉਸ ਵਰਗਾ ਧਰਤੀ ਤੇ ਕੋਈ ਦੂਜਾ ਮਨੁੱਖ ਨਹੀਂ। ਉਹ ਭਲਾ ਤੇ ਨੇਕਲੰਕ ਹੈ, ਪ੍ਰਭੂ ਪਰਮੇਸ਼ਰ ਦਾ ਡਰ ਰੱਖਦਾ ਤੇ ਬੁਰਾਈ ਤੋਂ ਹਰ ਸਮੇਂ ਦੂਰ ਰੱਖਦਾ ਹੈ। ਤੂੰ ਬਿਨਾਂ ਕਿਸੇ ਕਾਰਨ ਉਸ ਨੂੰ ਤੰਗ ਕੀਤਾ, ਪਰ ਉਸਨੇ ਆਪਣਾ ਵਿਸ਼ਵਾਸ ਨਹੀਂ ਛੱਡਿਆ ਹੈ। ਸ਼ੈਤਾਨ ਨੇ ਉੱਤਰ ਦਿੱਤਾ, ਮਨੁੱਖ ਆਪਣੇ ਪ੍ਰਾਣਾਂ ਦੇ ਲਈ ਕੁਝ ਵੀ ਕਰ ਸਕਦਾ ਹੈ, ਪਰ ਫਿਰ ਵੀ ਜੇ ਤੂੰ ਉਸਦੇ ਸਰੀਰ ਨੂੰ ਥੋੜਾ ਜਿਹਾ ਪੀੜਾਂ ਦੇ ਵਿੱਚ ਪੈਣ ਦੇ, ਉਹ ਤੇਰੇ ਮੂੰਹ ਤੇ ਤੇਰੀ ਨਿੰਦਾ ਕਰੇਗਾ। ਪ੍ਰਭੂ ਨੇ ਸ਼ੈਤਾਨ ਨੂੰ ਕਿਹਾ, ਠੀਕ ਹੈ, ਉਹ ਤੇਰੇ ਹੱਥ ਦੇ ਵਿੱਚ ਹੈ। ਜੋ ਕੁਝ ਤੂੰ ਉਸਦੇ ਨਾਲ ਕਰਨਾ ਚਾਹੇ ਤੂੰ ਕਰ, ਤੂੰ ਉਸਦੀ ਜਾਨ ਨਹੀਂ ਲਾਏਗਾ। ਸ਼ੈਤਾਨ ਪਰਮੇਸ਼ਰ ਦੇ ਸਾਹਮਣੇ ਚਲਾ ਗਿਆ। ਉਸਨੇ ਜਾ ਕੇ ਅਯੂਬ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਗੰਦੇ ਫੋੜਿਆਂ ਦੇ ਨਾਲ ਭਰ ਦਿੱਤਾ। ਤਦ ਅਯੂਬ ਜਾ ਕੇ ਸਵਾਹ ਦੇ ਢੇਰ ਦੇ ਉੱਤੇ ਬੈਠ ਗਿਆ। ਉਸਨੇ ਆਪਣੇ ਸਰੀਰ ਨੂੰ ਖੁਰਕਣ ਦੇ ਲਈ ਇੱਕ ਢੀਕਰਾ ਹੱਥ ਦੇ ਵਿੱਚ ਫੜ ਲਿਆ, ਪਰ ਉਸਦੀ ਪਤਨੀ ਨੇ ਅਯੂਬ ਨੂੰ ਕਿਹਾ, the biggest confidant of a man, ਉਸਦੀ ਜ਼ਿੰਦਗੀ ਦੀ ਪਾਰਟਨਰ,
उसकी पत्नी ने उसनू कहा, तू अजे भी विश्वास फड़ी बैठा है, चंगा है कि तू परमेश्वर की निंदा कर और मर जा। पर अयूब ने अपनी पत्नी को उत्तर दिता, तू एक मूर्ख की तरह बोल रही है। जेकर परमेश्वर तो चंगी चीज़ के लिए खुशी प्राप्त करते हाँ, तो फिर सानू बुरी चीज़ भी खुशी के नाल प्राप्त करनी चाहिए है। सो अयूब ने परमेश्वर के विरुद्ध अपने मूँहों एक शब्द तक ना कढ़िया अते ने कलंक रहा। 3 हिस्से असी प्रभु के वचन चों देखे। असी हैबक्कक नूं देखिया, कुछ ना रहे, उसकी जिंदगी दे विच सारियां चीज़ां होईयां, कुछ ना रहे, अजीरां नूं फल ना लगे, बाड़े खाली हो जाण, खेतां दे विच फसल ना रहे, मैं तां भी अपनी मुक्ति दाते दे नाम दे विच खुशी मनावांगा। दानियल दे मित्रां नूं देखिया और वो कह रहे आ, जे साडा प्रभु सानू बचा लेगा तेरी पट्ठी तो ठीक आ, जो ना भी बचाए, जे वो ना भी बचाए तो तेरी मूर्ति दे सामने असीं फिर भी नहीं झुकांगे। प्रभु ने दिता, प्रभु ने ले लिया, उसका नाम मुबारक होए। जे चंगी चीज़ असी खुशी नाल प्राप्त करते हैं तो जिसले दुख आउंदा उसनूं भी खुशी नाल प्राप्त करिए। ये कह के अयूब ने परमेश्वर की निंदा नहीं की। इन्हां इंसानां दी जिंदगी दे विच किहड़ी चीज़ आ जिहड़ी साडी जिंदगी दे विच है नहीं? नाउ दैट्स द क्वेश्चन। इन्हां इंसानां दी जिंदगी दे विच किहड़ी चीज़ आ जिसनूं असीं लैक करदे पए आ? जिहड़ी माड़ी जी भी साडी जिंदगी ते मुसीबत आउंदी है और सब तो पहली चीज़ जिहड़ी असीं छड्डदे आ वो है प्रभु दा घर और प्रभु दा नाम। लेट मी सुजैसट यू कुछ एक चीज़ां कि असीं अपनी आत्मिक जिंदगी दा एक इदां दा खिचड़ बना के बैठे हाँ, इदां दी खिचड़ी जी बना के बैठ गए हाँ कि जिस तरह प्रभु साडा दास होवे। उसकी जगह नूं असीं छड्ड चुके, उसकी जगह नूं उस तो हटा चुके हैं, उसकी महानता नूं साडी जिंदगी दे विच। और मैं तुहानूं नहीं कहंदा, मैं अपने आप नूं भी कह रहा। ये ना सोचो कि मैं तुहानूं कह रहा, ये ना सोचो कि तुसीं जिहड़े भैन भरा इत्थे बैठे हैं जां जिहड़े भैन भरा साडी वैबराइट साइट राहीं सुन रहे हैं, मैं तुहानूं कह रहा, मैं किसी नूं, मैं अपने आप नूं भी उन्ना ही कह रहा। असीं एक ऐसी खिचड़ी मिचड़ी जी बना लई आ कि जिस तरह प्रभु यसू साडा दास होए और साडे पिछे पिछे दौड़ा फिरदा होए कि तू बस कह तां सही, तू बस कह तां सही, मैं जो हैगा। दूसरी चीज, असी जिस जगत दे विच रह रहे हैं, जिस धरती ते रह रहे हैं, असी भुल गए हैं कि इहदी हालत उसदी हालात की है। जिस शरीर दे विच रह रहे हैं, ये भी भुल गए कि इसकी अपनी हालत की है, इसका हालात की है। जिन्हों ये प्रभु के वचन के विचों ये 3 बंदे और होर बहुत सारे बंदे, बहुत सारिया उदाहरण जिन्होंने आप सारिया गिन नहीं सकते, होर भी प्रभु के बहुत सारे बंदे जिहड़े उस चीज़ नूं समझ गए और जिन्होंने अज असी प्रभु के बंदे कहने, उन्होंने असी नबी कहने, उन्होंने लिखे हुए वचनों को पढ़ते हैं, उन्होंने वचनों के उत्ते चलते हैं, सोचते हैं, उन्होंने दुआवां नूं दोहराउने हैं, उन्होंने दुआवां नूं पढ़ते हैं, उन्होंने लिखे भजनों के उत्ते असी अपने मन नूं लाउने हैं। कुछ समझ गए, दे अंडरस्टूड समथिंग।
ਕਿ ਪ੍ਰਭੂ ਦੀ ਇੱਕ ਆਪਣੀ ਜਗ੍ਹਾ, ਔਰ ਹਾਲਤ ਔਰ ਹਾਲਾਤ ਦੀ ਇੱਕ ਆਪਣੀ ਜਗ੍ਹਾ ਆ। This has nothing to do with this. ਇਸ ਚੀਜ਼ ਦਾ ਇਹਦੇ ਨਾਲ ਕੋਈ ਮਤਲਬ ਨਹੀਂ। ਇਸ ਕਰਕੇ ਪ੍ਰਭੂ ਦਾ ਬੰਦਾ ਕਹਿ ਰਿਹਾ ਕਿ ਮੈਂ ਤੇਰੀ ਮਹਿਮਾ ਹਰ ਵੇਲੇ ਕਰੂੰਗਾ, ਮੈਂ ਤੇਰੇ ਨਾਮ ਨੂੰ ਹਰ ਵੇਲੇ ਵਡਿਆਊਂਗਾ। ਜਿਸ ਵੇਲੇ ਅਸੀਂ ਸਾਮ 86 ਪੜ੍ਹਿਆ ਕਿ ਤੇਰੇ ਨਾਮ ਦੀ ਮੈਂ ਮਹਿਮਾ, ਤੇਰੇ ਨਾਂ ਦਾ ਧੰਨਵਾਦ ਮੈਂ ਹਰੇਕ ਵੇਲੇ ਕਰੂੰਗਾ। ਕਿਉਂ? ਕਿਉਂਕਿ ਨੰਬਰ 1, ਜੋ ਪ੍ਰਭੂ ਪਰਮੇਸ਼ਵਰ ਹੈ ਔਰ ਜੋ ਉਸਨੇ ਮੇਰੇ ਲਈ ਕਰ ਦਿੱਤਾ ਹੈ। ਦੁਨਿਆਵੀ ਚੀਜ਼ਾਂ ਦੀ ਅਸੀਂ ਗੱਲ ਕਰਦੇ ਹਾਂ, ਸਾਨੂੰ ਪ੍ਰਭੂ ਨੇ ਇੱਕ ਐਸੀ ਚੀਜ਼ ਦੇ ਦਿੱਤੀ ਕਿ ਅਗਰ ਅਸੀਂ ਸਾਰੀਆਂ ਦੁਨਿਆਵੀ ਚੀਜ਼ਾਂ ਦੇ ਵੀ ਦਿੰਦੇ ਸਾਨੂੰ ਤਾਂ ਵੀ ਨਹੀਂ ਸੀ ਮਿਲਣਾ। ਤੁਹਾਡੇ ਵਿੱਚ ਪ੍ਰਭੂ ਦਾ ਬਪਤਿਸਮਾ ਪਾਏ ਹੋਏ ਬੰਦੇ ਬੈਠੇ ਆ। ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੇ ਹਾਲਾਤ ਆ, ਤੁਹਾਡੀ ਜ਼ਿੰਦਗੀ 'ਚ ਪਾਪ ਵੀ ਹੈਗਾ, ਪਰ ਤੁਹਾਡੇ ਵਿੱਚੋਂ ਕਿੰਨੇ ਇੱਥੇ ਬੈਠੇ ਕਹਿ ਰਹੇ ਕਿ ਜਿੱਦਣ ਮੈਂ ਮਰਨਾ ਮੈਂ ਨਰਕ ਨੂੰ ਜਾ ਰਿਹਾ। ਕੋਈ ਹੈ? ਤੁਹਾਡੇ ਵਿੱਚੋਂ ਇੱਥੇ ਕਿੰਨੇ ਬੈਠੇ ਜਿਹੜੇ ਇਹ ਕਹਿ ਸਕਦੇ ਜੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ? ਕੋਈ ਹੈ? ਕਿਉਂ ਨਹੀਂ? ਕਿਉਂਕਿ ਤੁਹਾਨੂੰ ਇਸ ਚੀਜ਼ ਦਾ ਪਤਾ ਕਿ ਪ੍ਰਭੂ ਨੇ ਮੈਨੂੰ ਮੁਕਤੀ ਦੇ ਦਿੱਤੀ। ਉਸਨੇ ਮੇਰੇ ਆਪਣੇ ਘਰ ਦੇ ਵਿੱਚ ਮੇਰਾ ਨਾਮ ਲਿਖ ਲਿਆ। ਮੈਂ ਜਿਸ ਦਿਨ ਇਸ ਧਰਤੀ ਤੋਂ ਜਾਊਂਗਾ, ਇੱਥੇ ਜਿਸ ਦਿਨ ਮੈਂ ਆਪਣੀਆਂ ਅੱਖਾਂ ਬੰਦ ਕਰਨੀਆਂ, ਉਸ ਦਿਨ ਮੈਂ ਆਪਣੀਆਂ ਅੱਖਾਂ ਉੱਥੇ ਖੋਲ੍ਹਣੀਆਂ, ਮੈਂ ਉਸ ਦੀ ਹਜ਼ੂਰੀ ਦੇ ਵਿੱਚ ਆਊਂਗਾ। ਇੱਥੇ ਮੈਂ ਕਦਮ ਆਪਣਾ ਆਖਰੀ ਸਾਹ ਛੱਡਣਾ, ਉੱਥੇ ਮੈਂ ਪਹਿਲਾ ਸਾਹ ਲੈਣਾ। ਮੁਕਤੀ। ਮੈਨੂੰ ਆਪਣੇ ਘਰ ਦੀ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ। ਮੇਰੇ ਬਾਬੇ ਦਾ ਨਾਂ ਰਾਮ ਸਿੰਘ ਸੀ, ਪੜਦਾਦੇ ਦਾ ਨਾਂ ਰਾਮ ਸਿੰਘ ਸੀ। ਉਸਦੇ ਘਰ ਭਜਨ ਸਿੰਘ ਨਾਂ ਦਾ ਇੱਕ ਲੜਕਾ ਪੈਦਾ ਹੋਇਆ ਜਿਹੜਾ ਜਵਾਨੀ 'ਚ ਮਰ ਗਿਆ। ਇੱਕ ਵਾਰ ਉਹ ਉਹਦੇ ਸੁਪਨੇ ਦੇ ਵਿੱਚ ਆਇਆ। ਪਾਂਦੇ ਤੋਂ ਪੁੱਛਿਆ, ਮੁੰਡੇ ਦੀ ਆਤਮਾ ਦਾ ਕੀ ਬਣਿਆ? ਉਹ ਕਹਿੰਦਾ ਉਹਦੀ ਆਤਮਾ ਤਾਂ ਬਹੁਤ ਦੁਖੀ ਹੈ ਇਸ ਵੇਲੇ। ਉਹ ਤਾਂ ਜਿਹੜਾ ਤੁਹਾਡੇ ਸੰਧੂਰੀ ਬਾਗ ਆ, ਉਹ ਜਿਹੜੇ ਅੰਬਾਂ ਦਾ ਸੰਧੂਰੀ ਬਾਗਾਂ ਦਾ ਅੰਬਾਂ ਦਾ ਬਾਗ ਆ, ਉਹਦੇ ਵਿੱਚ ਹੀ ਰਹਿੰਦਾ ਆ। ਉਹ ਤਾਂ ਤੈਨੂੰ ਦਾਨ ਕਰਨਾ ਪੈਣਾ। ਸੋ ਅਗਰ ਅੱਜ ਤੁਸੀਂ ਗੜਦੀ ਵਾਲੇ ਜਾਓਗੇ ਤਾਂ ਤੁਹਾਨੂੰ ਇੱਕ ਬਾਗ ਮਿਲੇਗਾ ਜਿਸ ਨੂੰ ਪਾਂਧਿਆਂ ਦਾ ਬਾਗ ਕਿਹਾ ਜਾਂਦਾ, ਔਰ ਉਹ ਸਾਡੇ ਬਾਬੇ ਨੇ ਦਾਨ ਕੀਤਾ ਹੈ ਮੁੰਡੇ ਦੀ ਮੁਕਤੀ ਦੇ ਲਈ। ਦੂਜੀ ਵਾਰੀ ਬਾਬੇ ਨੂੰ ਸੁਪਨਾ ਆ ਗਿਆ ਕਿ ਮੁੰਡਾ ਤਾਂ ਸ਼ਹਿਰ ਵਾਲੇ ਘਰ ਦੇ ਵਿੱਚ ਫਿਰਦਾ। ਕਹਿੰਦਾ ਉਹਦੀ ਆਤਮਾ ਨੂੰ ਤਾਂ ਕਹਿੰਦਾ ਸਵੇਰੇ ਤਾਂ ਚਲੋ ਬਾਗ ਦੇ ਵਿੱਚ ਉਹ ਰਹਿ ਲੇਗਾ, ਰਾਤ ਨੂੰ ਉਹਨੂੰ ਸੌਣ ਨੂੰ ਵੀ ਜਗ੍ਹਾ ਚਾਹੀਦੀ। ਸੋ ਉਸਨੇ ਘਰ ਦਾਨ ਕਰਾ ਲਿਆ। ਤੁਹਾਡੇ 'ਚੋਂ ਕਿੰਨੇ ਇੱਥੇ ਬੈਠੇ ਜਿਹੜੇ ਕਹਿ ਸਕਦੇ ਕਿ ਉਸ ਮੁੰਡੇ ਦੀ ਗਤੀ ਹੋ ਗਈ ਜਾਂ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ? ਦੁਨਿਆਵੀ ਚੀਜ਼ਾਂ ਜਿੰਨੀਆਂ ਵੀ ਤੁਹਾਡੇ ਕੋਲ ਆ ਨਾ, ਇਹਨਾਂ ਨੂੰ ਦੇ ਕੇ ਸਭ ਕੁਝ ਦਾਨ ਕਰਕੇ ਵੀ ਤੁਹਾਡੇ ਕੋਲ ਮੁਕਤੀ ਨਹੀਂ ਹੋਏਗੀ। ਇਹ ਮੇਰੇ ਤੋਂ ਲਿਖਾ ਕੇ ਲੈ ਲਓ। ਅੱਜ ਉਹ ਘਰ ਵੀ ਪਾਂਧਿਆਂ ਦਾ ਘਰ ਕਹਾਉਂਦਾ ਤੇ ਉਹ ਬਾਗ ਵੀ ਪਾਂਧਿਆਂ ਦਾ ਬਾਗ ਕਹਾਉਂਦਾ। ਮੁਕਤੀ ਜਿਹੜੀ ਸਾਨੂੰ ਮਿਲੀ ਆ, ਜਿਹੜੀ ਸੈਲਵੇਸ਼ਨ ਸਾਨੂੰ ਮਿਲੀ ਆ, ਉਹ ਬਰਕਤ ਜਿਹੜੀ ਪ੍ਰਭੂ ਨੇ ਸਾਨੂੰ ਦੇ ਦਿੱਤੀ ਆ, ਅਸੀਂ ਉਸ ਨੂੰ ਪ੍ਰਭੂ ਦੀਆਂ ਇਹਨਾਂ ਦੁਨਿਆਵੀ ਹਾਲਾਂ ਔਰ ਹਾਲਤਾਂ ਦੇ ਨਾਲ ਨਹੀਂ ਰਲਾ ਸਕਦੇ। ਇਸ ਕਿਚੜ ਦੇ ਨਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਰਲਾ ਸਕਦੇ, ਕਿਉਂਕਿ ਉਸ ਦੀ ਜਗ੍ਹਾ ਇੱਕ ਆਪਣੀ ਜਗ੍ਹਾ ਆ। ਹਾਲਤ ਔਰ ਹਲਾਲਤ ਜਾ ਤੂੰ ਉਸ ਦਾ ਲੈ ਲਾ। ਪ੍ਰਭੂ ਕਿਸੇ ਵੇਲੇ ਵੀ ਵੈਰੀ ਨੂੰ ਕਹਿ ਸਕਦਾ ਕਿ ਜਾ ਤੂੰ ਉਹਨਾਂ ਦਾ ਲੈ ਲਾ, ਕਿਉਂਕਿ ਜਿਹੜੀ ਅਯੂਬ ਦੇ ਵਿੱਚ ਸੱਚੀ ਆ ਉਹ ਸਾਰੀ ਬਾਈਬਲ 'ਚ ਸੱਚੀ ਆ। ਜਿਹੜੀ ਬਾਈਬਲ ਦੀ ਉਤਪਤ 'ਚ ਗੱਲ ਸੱਚੀ ਆ ਉਹ ਸਾਰੀ ਚੀਜ਼ ਸੱਚੀ ਆ। ਕਿਸੇ ਦੇ ਲਈ ਵੀ ਕਹਿ ਸਕਦਾ ਜਾ ਲੈ ਲਾ।
ਕੀ ਇਸ ਦੀ ਕੀਮਤ ਘਟ ਜਾਏਗੀ? ਇਹਦੇ ਕਰਕੇ ਕਿੰਨਾ ਅਸੀਂ ਆਪਣੇ ਆਪ ਨੂੰ ਇੱਥੇ ਫਸਾਇਆ, ਕਿੰਨਾ ਮੈਂ ਆਪਣੇ ਆਪ ਨੂੰ ਇੱਥੇ ਫਸਾਇਆ ਕਿ ਜਦ ਵੀ ਮੇਰਾ ਇੱਥੇ ਕੁਝ ਹੁੰਦਾ ਤੇ ਸਭ ਤੋਂ ਪਹਿਲਾਂ ਮੈਂ ਆਪਣਾ ਰਿਸ਼ਤਾ ਪ੍ਰਭੂ ਦੇ ਨਾਲ ਗੁਆਉਣਾ। ਔਰ ਪ੍ਰਭੂ ਦੇ ਬੰਦੇ ਕਹਿੰਦੇ ਆ ਕਿ ਇੱਥੇ ਭਾਵੇਂ ਚਾਹੇ ਕੋਈ ਚੀਜ਼ ਰਹੇ ਤੇ ਭਾਵੇਂ ਕੋਈ ਨਾ ਰਹੇ, ਮੈਂ ਫਿਰ ਵੀ ਤੇਰੀ ਮੁਕਤੀ ਦੇ ਵਿੱਚ ਆਨੰਦ ਮਨਾਉਂਗਾ, ਤੇਰੀ ਦਿੱਤੀ ਹੋਈ ਬਰਕਤ ਦੇ ਵਿੱਚ ਮੈਂ ਆਨੰਦ ਮਨਾਉਂਗਾ, ਤੇਰੀਆਂ ਦਿੱਤੀਆਂ ਹੋਈਆਂ ਬਰਕਤਾਂ ਦੇ ਵਿੱਚ ਮੈਂ ਹਮੇਸ਼ਾ ਚੱਲੂੰਗਾ। ਲੈਟ ਮੀ ਗਿਵ ਯੂ ਐਗਜ਼ਾਮਪਲ ਆਫ ਦਿਸ ਵੈਲੀ ਜਿਹਦੇ ਵਿੱਚ ਤੁਸੀਂ ਰਹਿ ਰਹੇ ਆ। ਇਟਸ ਕਾਲਡ ਬਾਈਬਲ ਬੈਲਟ। ਇਸ ਨੂੰ ਬਾਈਬਲ ਬੈਲਟ ਕਿਹਾ ਜਾਂਦਾ, ਉਹਦਾ ਇੱਕ ਰੀਜ਼ਨ ਆ। ਸੈਕੰਡ ਵਰਲਡ ਵਾਰ ਦੇ ਵਿੱਚ ਯੂਕਰੇਨ ਦੇ ਵਿੱਚ ਜਿਸ ਵੇਲੇ ਆਰਮੀ ਨੇ ਉੱਥੇ ਲੋਕਾਂ ਦਾ ਰਹਿਣਾ ਇੱਕ ਤਰ੍ਹਾਂ ਦਾ ਨਾਸਾਂ ਤੋਂ ਵੀ ਉੱਤੇ ਕਰ ਦਿੱਤਾ, ਖਾਸ ਕਰਕੇ ਪ੍ਰਭੂ ਦਿਆਂ ਲੋਕਾਂ ਦਾ ਰਹਿਣਾ, ਤਾਂ ਪ੍ਰਭੂ ਦੇ ਲੋਕਾਂ ਨੂੰ ਉੱਥੋਂ ਦੌੜਨਾ ਪਿਆ ਸੀ। ਮੁੰਡੇ ਕੁਛ ਤਰ੍ਹਾਂ ਜਾਨ ਜੂਨ ਬਚਾ ਕੇ ਨਿਕਲ ਆਏ, ਕੁੜੀਆਂ ਉਹਨਾਂ ਦੀਆਂ ਖੋਲ੍ਹੀਆਂ ਗਈਆਂ, ਖੇ ਖਰਾਬ ਕੀਤੀਆਂ ਗਈਆਂ, ਕੁਛ ਇੱਕ ਦੀ ਜਾਨ ਬਚ ਗਈ, ਨਿਕਲ ਕੇ ਦੌੜ ਕੇ ਇਸ ਮੁਲਕ ਦੇ ਵਿੱਚ ਆਏ। ਤੁਸੀਂ ਮੰਨ ਸਕਦੇ ਆ ਕਿ ਆਪਣੀਆਂ ਫਸਲਾਂ ਦੀ ਦੇਖਭਾਲ ਕਰਨ ਦੇ ਲਈ ਉਹਨਾਂ ਦੇ ਖੇਤ ਐਡੇ ਵੱਡੇ ਵੱਡੇ ਸੀ ਕਿ ਉਹਨਾਂ ਕੋਲ ਉਸ ਵੇਲੇ ਪਲੇਨ ਸੀਗੇ। ਉਸ ਅਮੀਰੀ ਦੀ ਹਾਲਤ ਦੇ ਵਿੱਚੋਂ ਉਹ ਆਏ ਆ। ਸ਼ੈਤਾਨ ਨੇ ਕਿਹਾ ਕਿ ਕਿਉਂ ਨਾ ਤੇਰੀ ਪੂਜਾ ਕਰਨ, ਦੇਖ ਤੂੰ ਦਿੱਤਾ ਕੀ ਕੁਛ ਹੈ। ਉਹ ਕਹਿੰਦਾ ਜਾ ਲੈ ਲਾ। ਪੈਨੀਲੈਸ ਇਸ ਮੁਲਕ ਦੇ ਵਿੱਚ ਇਹ ਲੋਕ ਆਏ ਸੀ ਜਿਨ੍ਹਾਂ ਨੂੰ ਮੈਨਾਨਾਈਟ ਕਿਹਾ ਜਾਂਦਾ। ਪੈਨੀਲੈਸ, ਕੁਛ ਨਹੀਂ ਸੀ ਇਹਨਾਂ ਦੇ ਕੋਲ। ਆ ਕੇ ਵੈਲੀ ਬਸਾਈ। ਪਹਿਲਾ ਅਹਿਦ ਜੋ ਪ੍ਰਭੂ ਦੇ ਨਾਲ ਇਹ ਨਹੀਂ ਕੀਤਾ ਕਿ ਤੂੰ ਸਭ ਕੁਝ ਸਾਡੇ ਕੋਲੋਂ ਲੈ ਲਿਆ, ਹੁਣ ਪ੍ਰਭੂ ਖਰੇ ਹੈਗਾ ਕਿ ਨਹੀਂ ਹੈਗਾ, ਖਰੇ ਯਸੂ ਹੈਗਾ ਕਿ ਨਹੀਂ ਹੈਗਾ, ਯਸੂ ਨੂੰ ਵੀ ਕਰਕੇ ਦੇਖ ਲਿਆ। ਇਹ ਚੀਜ਼ਾਂ ਨਹੀਂ ਉਹਨਾਂ ਨੇ ਕਹੀਆਂ। ਉਹਨਾਂ ਨੇ ਕਿਹਾ ਆਪਣੇ ਧਨ ਦੇ ਵਿੱਚੋਂ ਪ੍ਰਭੂ ਦਾ ਨਾਮ ਫੈਲਾਵਾਂਗੇ। ਜਿੱਥੇ ਜਿੱਥੇ ਤੱਕ ਪ੍ਰਭੂ ਸਾਨੂੰ ਲੈ ਕੇ ਜਾਏਗਾ ਅਸੀਂ ਉਹਦਾ ਵਚਨ ਲੈ ਕੇ ਜਾਵਾਂਗੇ। ਉਸ ਦੇ ਨਾਮ ਦੇ ਸਕੂਲ ਖੋਲਾਂਗੇ, ਯੂਨੀਵਰਸਿਟੀਆਂ ਖੋਲਾਂਗੇ, ਜਿੱਥੋਂ ਇਹ ਬੱਚੇ ਪ੍ਰਭੂ ਦਾ ਵਚਨ ਸਿੱਖਣਗੇ ਔਰ ਦੂਰ ਦੂਰ ਤੱਕ ਪ੍ਰਭੂ ਦਾ ਵਚਨ ਲੈ ਕੇ ਜਾਣਗੇ। ਜਿਸ ਕਮਰੇ ਦੇ ਵਿੱਚ ਤੁਸੀਂ ਇਸ ਵੇਲੇ ਬੈਠੇ ਹੋ ਆ, ਇਸੇ ਹੀ ਕਮਰੇ ਦੇ ਵਿੱਚ MEI ਸ਼ੁਰੂ ਹੋਇਆ ਸੀ। ਇਸੇ ਹੀ ਕਮਰੇ ਵਿੱਚ ਕੋਲੰਬੀਆ ਬਾਈਬਲ ਕਾਲਜ ਸ਼ੁਰੂ ਹੋਇਆ ਸੀ। ਉਸ MEI ਦੇ ਬਾਹਰ ਜਿੱਦਣ ਦਾਖਲਾ ਹੁੰਦਾ ਲੋਕ ਲਾਈਨਾਂ ਲਾ ਕੇ ਖੜੇ ਹੁੰਦੇ ਆ, ਕਿਸੇ ਤਰ੍ਹਾਂ ਨਿਆਣਾ ਉੱਥੇ ਪਹੁੰਚ ਜਾਵੇ। ਮੇਰੀ ਗੱਲ ਸੱਚੀ ਕਿ ਝੂਠੀ ਆ? ਕਿਉਂ? ਜੇ ਤੂੰ ਲੈ ਲਿਆ ਠੀਕ ਆ, ਜੇ ਤੂੰ ਦਿੱਤਾ ਸੀ ਤੇਰਾ ਸ਼ੁਕਰ ਹੈ, ਜੇ ਤੂੰ ਲੈ ਲਿਆ ਠੀਕ ਆ। ਪਰ ਯਸੂ ਦਾ ਨਾਂ, ਯਸੂ ਦਾ ਨਾਂ ਆ, ਉਹ ਨਾਂ ਫੈਲਾਉਣ ਦੇ ਯੋਗ ਆ, ਉਹ ਨਾਂ ਜਪਣ ਦੇ ਯੋਗ ਆ। ਆਪਣੀ ਮੁਕਤੀ ਨੂੰ ਦੁਨੀਆ ਦੀਆਂ ਹਾਲਤਾਂ ਔਰ ਹਾਲਾਤਾਂ ਦੇ ਨਾਲ ਕਦੀ ਨਾ ਰਲਾਓ। ਜੋ ਪ੍ਰਭੂ ਦੀ ਮਹਿਮਾ ਔਰ ਸ਼ੁਕਰਗੁਜ਼ਾਰੀ ਆ, ਜੋ ਉਸ ਦੀ ਬਣਦੀ ਆ, ਉਹ ਉਸ ਦੀ ਮਹਿਮਾ ਔਰ ਸ਼ੁਕਰਗੁਜ਼ਾਰੀ ਬਣਦੀ ਆ। ਉਹ ਫਰਿਸ਼ਤਿਆਂ ਦੇ ਨਾਲ ਰਲ ਕੇ ਤੁਸੀਂ ਉਸ ਦੀ ਸ਼ੁਕਰਗੁਜ਼ਾਰੀ ਕਰਦੇ ਆ। ਸਾਰਾ ਅੰਬਰ ਉਸ ਦੀ ਸ਼ੁਕਰਗੁਜ਼ਾਰੀ ਕਰ ਰਿਹਾ। ਸਾਰਾ ਬਚਨ ਪੜ੍ਹ ਕੇ ਦੇਖ ਲਓ, ਸਾਰਾ ਬ੍ਰਹਿਮੰਡਲ ਉਸ ਦੀ ਸ਼ੁਕਰਗੁਜ਼ਾਰੀ ਕਰ ਰਿਹਾ। ਜਿਸ ਲਈ ਤੁਸੀਂ ਉਸ ਦੀ ਸ਼ੁਕਰਗੁਜ਼ਾਰੀ ਕਰਦੇ ਆ ਤੇ ਤੁਸੀਂ ਕਿਸੇ ਦਾ ਮੂੰਹ ਵੀ ਭੰਨਦੇ ਆ। ਤੁਸੀਂ ਉਸ ਸ਼ੈਤਾਨ ਦਾ ਮੂੰਹ ਵੀ ਭੰਨਦੇ ਆ ਜਿਹੜਾ ਕਹਿੰਦਾ ਮੈਨੂੰ ਜਰਾ ਕਿ ਇਹਦੇ ਚੀਜ਼ਾਂ ਨੂੰ ਜਰਾ ਕਿ ਹੱਥ ਲਾ ਲੈਣ ਦੇ। ਤਾਂ ਸਾਰੀ ਦੁਨੀਆ 'ਚ ਜਾਊਗਾ, ਸਾਰੇ ਆਪਣੇ ਕੰਮ ਕਰੂਗਾ, ਟਾਈਮ ਸਿਰ ਕੰਮ ਤੇ ਜਾਊਗਾ, ਤੇਰੇ ਘਰ ਨਹੀਂ ਆਊਗਾ। ਤੂੰ ਦੇਖੀ ਹਰੇਕ ਬੰਦੇ ਦੇ ਮੂਹਰੇ ਸਿਰ ਝੁਕਾਊਗਾ
ਉਹ ਜਿਹੜਾ $8 ਘੰਟੇ ਦੇ ਦਿੰਦਾ ਉਹਦੇ ਮੋਹਰੇ ਸਿਰ ਝੁਕਾਊਗਾ, ਪਰ ਤੇਰੇ ਘਰ ਨਹੀਂ ਆਏਗਾ। ਤੂੰ ਮੈਨੂੰ ਜਰਾ ਕੁ ਹੱਥ ਲਾ ਲੈਣ ਦਿਓ, ਕਿ ਲਾ ਕੇ ਦੇਖ ਲੈ, ਕੋਈ ਨਹੀਂ। ਜੇ ਉਹ ਅਯੂਬ ਦੇ ਲਈ ਕਹਿ ਸਕਦਾ ਤਾਂ ਅਸੀਂ ਕਿਸ ਪਾਣੀ ਦੇ ਹਾਂ, ਜਿਹੜਾ ਹਰ ਰੋਜ਼ ਉੱਠ ਕੇ 10 ਬਲੀਆਂ ਦਿੰਦਾ ਸੀ। ਜਿਹਨੂੰ ਪ੍ਰਭੂ ਕਹਿ ਰਿਹਾ ਕਿ ਤੂੰ ਮੇਰੇ ਬੰਦੇ ਅਯੂਬ ਵਰਗਾ ਕੋਈ ਬੰਦਾ ਇਸ ਧਰਤੀ ਤੇ ਦੇਖਿਆ, ਜੇ ਉਹ ਉਹਦੇ ਲਈ ਕਹਿ ਸਕਦਾ ਕਿ ਜਾ ਲਾ ਲਾ, ਜਾ ਖੋਲਾ, ਜਾ ਉਸਦੇ ਸਰੀਰ ਨੂੰ ਤੰਗ ਕਰ ਲਾ, ਜਿਹਦਾ ਸਰੀਰ ਫੋੜਿਆਂ ਦੇ ਨਾਲ ਸਿਰ ਤੋਂ ਲੈ ਕੇ ਪੈਰਾਂ ਤਾਈਂ ਭਰਿਆ ਪਿਆ ਸੀ। ਔਰ ਬਚਨ ਦਾ ਅਗਲਾ ਹਿੱਸਾ ਇਹ ਦੱਸਦਾ ਪਿਆ ਕਿ ਜਿਸ ਨੂੰ ਕੁੱਤੇ ਆ ਕੇ ਚੱਟਦੇ ਸੀ, ਪਰ ਉਸਨੇ ਕਿਹਾ ਇਹਦੇ ਬਰਾਬਰ ਕੋਈ ਚੀਜ਼ ਨਹੀਂ, ਇਹ ਫਿਰ ਵੀ ਆਪਣੀ ਜਗ੍ਹਾ ਤੇ ਆ। ਹਾਂ, ਇਹ ਠੀਕ ਆ, ਉਹਨੇ ਦਿੱਤਾ, ਉਹਨੇ ਲੈ ਲਿਆ, ਉਹਨੇ ਸਾਰਾ ਕੁਝ ਦਿੱਤਾ ਸੀ, ਉਹਨੇ ਸਭ ਕੁਝ ਲੈ ਲਿਆ, ਉਹਦਾ ਨਾਮ ਮੁਬਾਰਕ ਹੋਏ। ਪਰ ਪ੍ਰਭੂ ਪ੍ਰਭੂ ਆ, ਉਹ ਮੇਰਾ ਮੁਕਤੀ ਦਾਤਾ। ਇਹ 100 ਸਾਲ ਦੀ ਜ਼ਿੰਦਗੀ ਤਾਂ ਇੱਕ ਸਾਹ ਦੇ ਬਰਾਬਰ ਹੈ, ਤਾਂ ਖਤਮ ਹੋ ਜਾਏਗੀ। ਜੇ ਮੇਰਾ ਸਰੀਰ ਫੋੜਿਆਂ ਨਾਲ ਭਰਿਆ ਪਿਆ, ਉਹਦਾ ਨਾਮ ਮੁਬਾਰਕ ਹੋਏ। ਕਿਉਂ? ਪ੍ਰਭੂ ਪ੍ਰਭੂ ਆ। ਇਹ ਹਾਲਤ ਔਰ ਹਾਲਾਤ ਆਪਣੀ ਜਗ੍ਹਾ ਤੇ ਆ। ਧਰਤੀ ਦੇ ਵਚਨ ਪੜ੍ਹ ਕੇ ਦੇਖੋ, ਰੋਮਨ ਦੇ, ਉਹਦੇ ਵਿੱਚ ਇਹ ਚੀਜ਼ ਲਿਖੀ ਆ, ਇਹ ਚੀਜ਼ ਲਿਖਿਆ ਕਿ ਹਰੇਕ ਕਾਇਨਾਤ ਦੀ ਹਰ ਇੱਕ ਚੀਜ਼ ਕਰਾ ਰਹੀ ਆ, ਕਿਉਂਕਿ ਇਨਸਾਨ ਦੇ ਪਾਪ ਦੇ ਕਾਰਨ, ਇਨਸਾਨ ਦੇ ਪਾਪ ਦੇ ਕਾਰਨ ਉਹ ਵੀ ਉਸ ਪਾਪ ਦੇ ਵਿੱਚ ਭੋਗ ਰਹੀ ਆ, ਉਹ ਵੀ ਉਸ ਪਾਪ ਦੇ ਵਿੱਚ ਕਰਾ ਰਹੀ ਆ ਕਿ ਪ੍ਰਭੂ ਦਾ ਦਿਨ ਕਿਸ ਦਿਨ ਆਏ। ਰੈਵਲੇਸ਼ਨ ਦੀ ਪੋਥੀ ਦੀ ਅਸੀਂ ਬੜੀ ਗੱਲ ਕਰਦੇ ਹਾਂ। ਰੈਵਲੇਸ਼ਨ ਦੀ ਪੋਥੀ ਪੜ੍ਹ ਕੇ ਦੇਖਿਓ, ਪ੍ਰਭੂ ਨੇ ਕਿਤੇ ਵੀ ਇੱਕ ਆਪਣੇ ਹੱਥ ਦੇ ਨਾਲ ਸਜ਼ਾ ਨਹੀਂ ਦਿੱਤੀ। ਉਸਨੇ ਸਿਰਫ ਆਪਣਾ ਹੱਥ ਚੁੱਕ ਲਿਆ, ਔਰ ਇਹੋ ਹੀ ਚੀਜ਼ਾਂ ਜਿਹੜੀਆਂ ਸਾਡੇ ਪਾਪ ਦੇ ਕਾਰਨ ਉਸ ਪਾਪ ਦੇ ਸਮੇਂ ਦੇ ਵਿੱਚ ਦੀ ਗੁਜ਼ਰਦੀਆਂ ਪਈਆਂ, ਉਹੀ ਚੀਜ਼ਾਂ ਡਿੱਗਦੀਆਂ ਪਈਆਂ, ਉਹੀ ਤਾਰਾ ਡਿੱਗਦਾ ਪਿਆ, ਉਹੀ ਧਰਤੀ ਹਿੱਲਦੀ ਪਈ ਆ, ਉਹੀ ਸਮੁੰਦਰ ਆਪਣੀ ਜਗ੍ਹਾ ਛੱਡਦਾ ਪਿਆ, ਉਹੀ ਸਮੁੰਦਰ ਦਾ ਪਾਣੀ ਚੜ੍ਹਦਾ ਪਿਆ। ਇਹੋ ਹੀ ਚੀਜ਼ਾਂ ਨੇ ਤਬਾਹ ਕਰਨੀ ਧਰਤੀ, ਪਰਮੇਸ਼ਰ ਨੇ ਨਹੀਂ ਕਰਨੀ। ਉਹਨਾਂ ਸਾਰੀਆਂ ਚੀਜ਼ਾਂ ਤੋਂ ਉਸਨੇ ਸਾਨੂੰ ਬਚਾ ਕੇ ਰੱਖਿਆ ਹੈ। ਔਰ ਇਹ ਸਾਰੀਆਂ ਚੀਜ਼ਾਂ ਹੋਣੀਆਂ ਆ। ਹਬਕੂਕ ਦੱਸ ਰਿਹਾ ਕਿ ਉਹਦਾ ਦਿਨ ਆ ਰਿਹਾ, ਬਿਪਤਾਵਾਂ ਉਸਦੇ ਅੱਗੇ ਅੱਗੇ ਚੱਲਦੀਆਂ ਪਈਆਂ। ਸਮੁੰਦਰ ਤਿਆਰ ਆ ਫੁੰਕਾਰੇ ਮਾਰਨ ਨੂੰ, ਦਰਿਆ ਚੜ੍ਹਨ ਨੂੰ ਤਿਆਰ ਆ। ਜਿਸ ਦਿਨ ਉਹ ਉੱਠ ਕੇ ਖੜਾ ਹੋਏਗਾ, ਸਭ ਕੁਝ ਹਿੱਲ ਜਾਏਗਾ। ਪਹਾੜ ਜਿਹੜੇ ਇਸ ਵੇਲੇ, ਜਿਹੜੇ ਸਦੀਆਂ ਤੋਂ ਪਹਾੜ ਖੜੇ ਆ, ਮੈਦਾਨ ਬਣ ਜਾਣਗੇ। ਕੀ ਪ੍ਰਭੂ ਪ੍ਰਭੂ ਨਹੀਂ ਹੋਏਗਾ? ਜੱਜ ਉਸਨੇ 2 ਬੱਚੇ ਦਿੱਤੇ ਆ, ਘਰ ਦਿੱਤਾ ਆ, ਕਾਰਾਂ ਦਿੱਤੀਆਂ, ਕੱਲ ਨੂੰ ਲੈ ਵੀ ਸਕਦਾ। ਸੋ ਵਾਟ? They are not God. That's not God. ਉਹਦੀ ਘਰ ਦੇ ਮੂਹਰੇ 2 ਕਾਰਾਂ ਖੜੀਆਂ, ਉਹ ਗਾਡ ਨਹੀਂ ਗੀਆਂ। God is God. ਜਿਸਨੇ ਇਹ ਸਾਰੀ ਧਰਤੀ, ਸਾਰਾ ਆਕਾਸ਼ ਬਣਾਇਆ। ਅਗਰ ਤੁਸੀਂ, ਜਿਸਨੇ ਸਾਡੇ ਲਈ ਇੰਨਾ ਕੁਛ ਬਣਾਇਆ, ਸਾਡੇ ਦੇਖਣ ਦੇ ਲਈ ਇੰਨਾ ਕੁਛ ਬਣਾਇਆ ਕਿ ਅਸੀਂ ਫੈਦਮ ਨਹੀਂ ਕਰ ਸਕਦੇ, ਅਸੀਂ ਸੋਚ ਨਹੀਂ ਸਕਦੇ, ਜਿਸ ਦੀ ਤਾਕਤ ਇੰਨੀ ਆ ਕਿ ਜਿਸ ਵੇਲੇ ਉਹ ਉੱਠ ਕੇ ਆਪਣਾ ਕਦਮ ਚੁੱਕਦਾ ਤੇ ਸਾਰੀ ਕਾਇਨਾਤ ਆਪਣਾ ਜਗ੍ਹਾ ਛੱਡ ਦਿੰਦੀ ਹੈ ਕਿ ਉਹ ਆ ਰਿਹਾ। ਜਿਸ ਦੇ ਮੂਹਰੇ ਫਰਿਸ਼ਤੇ ਖੜੇ ਕੁਰਲਾ ਰਹੇ ਆ ਕਿ ਪਵਿੱਤਰ ਪਵਿੱਤਰ ਪਵਿੱਤਰ, ਪ੍ਰਭੂ ਸਰਵ ਸ਼ਕਤੀਮਾਨ ਔਰ ਪਵਿੱਤਰ। ਉਹ ਖੁਦ ਖਾਲੀ ਕਰਕੇ ਇਸ ਧਰਤੀ ਤੇ ਆਇਆ। ਜਦ ਉਸ ਗੁੱਟ ਦੇ ਉੱਤੇ ਉਹ ਨੇਲਾਂ ਠੋਕੀਆਂ ਗਈਆਂ ਤੇ ਉਹਦੇ ਚੋਂ ਕਿਰਨਾਂ ਫੁੱਟੀਆਂ, ਜਿਸ ਦੇ ਵਿੱਚ ਮੇਰੀ ਮੁਕਤੀ ਲੁਕੀ ਹੋਈ। ਦੈਟਸ ਵਾਟ ਇਹ ਹਬਕੂਕ ਨੇ ਕਿਹਾ ਨਾ। ਤਦੇ ਤਾਂ ਉਹ ਕਹਿ ਰਿਹਾ, ਅਜੀਰਾਂ ਨੂੰ ਫਲ ਨਾ ਲੱਗਣ,
ਬਾੜੇ ਖਾਲੀ ਹੋ ਜਾਣ, ਸਭ ਕੁਝ ਖਤਮ ਹੋ ਜਾਏ, ਪਰ ਮੈਂ ਆਪਣੇ ਮੁਕਤੀ ਦਾਤਾ ਦੇ ਵਿੱਚ ਖੁਸ਼ੀ ਮਨਾਉਂਗਾ। ਕਿਹੜੀ ਖੁਸ਼ੀ? ਮੁਕਤੀ ਦੀ ਖੁਸ਼ੀ। ਮੁਕਤੀ ਦੀ ਖੁਸ਼ੀ ਜੋ ਸਾਡੇ ਖਾਨਦਾਨ ਨੂੰ ਇੰਨਾ ਕੁਝ ਦਾਨ ਕਰਨ ਤੋਂ ਬਾਅਦ ਵੀ ਨਹੀਂ ਮਿਲੀ। ਮੁਕਤੀ ਦੀ ਖੁਸ਼ੀ ਜਿਹੜੇ ਚਰਚ ਦੇ ਵਿੱਚ ਅਸੀਂ ਬੈਠੇ ਹਾਂ, ਜੋ ਇਹਨਾਂ ਲੋਕਾਂ ਨੇ ਸਭ ਕੁਝ ਖਤਮ ਹੋਣ ਤੇ ਵੀ ਆ ਕੇ ਮੁਕਤੀ ਦੀ ਖੁਸ਼ੀ ਦੁਨੀਆ ਦੇ ਅੰਤਾਂ ਤੱਕ ਵੰਡੀ ਆ। ਐਮਸੀ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਭੁਚਾਲ ਆ ਜਾਂਦਾ, ਕਾਲ ਪੈ ਜਾਂਦਾ, ਜੋ ਮਰਜ਼ੀ ਹੋ ਜਾਂਦਾ, ਐਮਸੀਸੀ ਦੇ ਸ਼ਿਪਾਂ ਦੇ ਸ਼ਿਪ ਤੁਰ ਪੈਂਦੇ ਉਧਰ ਨੂੰ, ਔਰ ਦੂਜੇ ਗੱਲਾਂ ਕਰਦੇ ਹੀ ਰਹਿ ਜਾਂਦੇ ਆ। CNN ਤੇ ਬਸ ਉਹ ਡਿਬੇਟਾਂ ਹੀ ਕਰਦੇ ਰਹਿ ਜਾਂਦੇ ਆ। ਇਹ ਭੁਚਾਲ ਕਿੱਦਾਂ ਆਇਆ, ਇਹ ਕਿਸ ਤਰ੍ਹਾਂ ਆਇਆ, ਇਹ ਮਹਾਂਮਾਰੀ ਕਿੱਦਾਂ ਫੈਲੀ, ਇਹ ਕਿਉਂ ਫੈਲੀ, ਗੱਲਾਂ ਹੀ ਕਰਦੇ ਰਹਿ ਜਾਂਦੇ ਆ। ਔਰ ਪ੍ਰਭੂ ਦੇ ਲੋਕ ਉੱਥੇ ਪਹੁੰਚ ਵੀ ਜਾਂਦੇ ਆ, ਉੱਥੇ ਪਹੁੰਚ ਵੀ ਜਾਂਦੇ ਆ। ਮੁਕਤੀ ਦੀ ਖੁਸ਼ੀ, ਮੁਕਤੀ ਦੀ ਖੁਸ਼ੀ ਕਿ ਦੁਨੀਆ ਦੇ ਦੂਸਰੇ ਧਰਮ, ਪ੍ਰਭੂ ਦਾ ਸ਼ੁਕਰ ਹੈ ਮੈਂ ਕਿਸੇ ਧਰਮ ਨੂੰ ਬੁਰਾ ਨਹੀਂ ਕਹਿੰਦਾ, ਪਰ ਸਭ ਤੋਂ ਪਹਿਲਾਂ ਮਸੀਹੀ ਕਿਉਂ ਪਹੁੰਚਦੇ ਆ? ਕੀ ਇਹ ਦੁਨੀਆ 'ਚ ਸਭ ਤੋਂ ਅਮੀਰ ਲੋਕ ਆ? ਐਬਸੋਲੂਟਲੀ ਨਾਟ। ਨੋ, ਦੁਨੀਆ ਦੇ ਸਭ ਤੋਂ ਅਮੀਰ ਲੋਕ ਕਿੰਨਾ ਕ੍ਰਿਸਚਨ ਨਹੀਂਗੇ, ਪਰ ਦਿਲ ਦੇ ਅਮੀਰ ਲੋਕ ਸਿਰਫ ਕ੍ਰਿਸਚਨ। ਕਿਉਂ? ਮੁਕਤੀ ਦੀ ਖੁਸ਼ੀ, ਮੁਕਤੀ ਦੀ ਖੁਸ਼ੀ। ਕਿਉਂ ਦਾਨੀਏਲ ਦੇ ਮਿੱਤਰ ਕਹਿ ਰਹੇ ਆ ਕਿ ਜੇ ਬਚਾਏ ਤਾਂ ਵੀ ਠੀਕ ਆ, ਜੇ ਨਾ ਬਚਾਏ ਤਾਂ ਵੀ ਠੀਕ ਆ, ਤੂੰ ਜੋ ਕਰਨਾ ਕਰ ਲਾ, ਸੁੱਟ ਦੇ ਭੱਠੀ ਦੇ ਵਿੱਚ, ਸੁੱਟ ਦੇ ਭੱਠੀ ਦੇ ਵਿੱਚ। ਜੋ ਉਸ ਹਿੱਸੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਏ। They done their job। ਕਿਉਂ? ਮੁਕਤੀ ਦੀ ਖੁਸ਼ੀ। ਅਯੂਬ ਕਿਉਂ ਕਹਿ ਰਿਹਾ? ਅਯੂਬ ਕਿਹੜੀ ਚੀਜ਼ ਦੀ ਖੁਸ਼ੀ ਮਨਾ ਰਿਹਾ? ਕਿਹੜੀ ਚੀਜ਼ ਦੇ ਵਿੱਚ? ਉਹ ਪ੍ਰਭੂ ਦੇ ਕੱਪੜੇ ਉਸਨੇ ਪਾੜੇ, ਉਸਨੇ ਦੱਸਤਾ ਕਿ ਮੇਰੇ ਕੋਲ ਕੁਛ ਨਹੀਂ। ਸਿਰ ਉਸਨੇ ਮਨਾਇਆ, ਉਸਨੇ ਦੱਸਿਆ ਕਿ ਮੇਰੀ ਔਲਾਦ ਮਰ ਗਈ ਆ, ਮੈਂ ਸੋਗ ਦੀ ਹਾਲਤ 'ਚ ਹਾਂ। ਸਿਰ ਦੇ ਵਿੱਚ ਉਸਨੇ ਸੁਆਹ ਪਾਈ, ਜੋ ਉਸ ਸਮੇਂ ਦਾ ਰਿਵਾਜ ਸੀ। ਘਰ 'ਚ ਮੌਤ ਹੋਈ ਆ, ਦੁਨਿਆਵੀ ਚੀਜ਼ਾਂ ਉਸਨੇ ਸਾਰੀਆਂ ਪੂਰੀਆਂ ਕਰਕੇ, ਔਰ ਫਿਰ ਵੀ ਉਹ ਧਰਤੀ ਤੇ ਮੂੰਹ ਪਾ ਡਿੱਗਿਆ, ਉਸਦੇ ਗੋਡੇ ਇਸ ਧਰਤੀ ਦੇ ਉੱਤੇ ਲੱਗੇ ਹੋਆ, ਔਰ ਕਹਿ ਰਿਹਾ ਕਿ ਜੇ ਉਸਨੇ ਦਿੱਤਾ ਤੇ ਉਹ ਲੈ ਗਿਆ, ਉਸਦਾ ਨਾਮ ਮੁਬਾਰਕ ਹੋਏ। ਅਗਰ ਮਸੀਹਤ ਦੇ ਵਿੱਚ ਆ ਕੇ ਸਿਰਫ ਅਸੀਂ ਇਹੋ ਹੀ ਚੀਜ਼ ਸਿੱਖੀ ਆ ਕਿ ਜੇ ਉਹ ਗੋਡਾ ਦੁਖਦਾ ਤੇ ਉਹ ਗੋਡੇ ਨੂੰ ਠੀਕ ਕਰਦਾ, ਤੇ ਅੱਖ ਦੁਖਦੀ ਤਾਂ ਅੱਖ ਨੂੰ ਠੀਕ ਕਰਦਾ, ਤੇ ਮੇਰੇ ਲਈ ਉਹ ਬਾਹਰ ਕਿੰਨਾ ਜੌਬ ਲੈ ਕੇ ਖੜਾ ਤੇ ਆਹ ਸਾਰੇ ਕੰਮ ਕਰਦਾ, ਭਾਈ ਬੜੀ ਮੂਰਖਤਾ ਭਰੀ ਮਸੀਹਤ ਦੇ ਵਿੱਚ ਤੁਸੀਂ ਜੀ ਰਹੇ ਆ, ਔਰ ਮੈਂ ਜੀ ਰਿਹਾ। That is not his purpose। ਇਸ ਕਰਕੇ ਉਸ ਧਰਤੀ ਦੇ ਉੱਤੇ ਨਹੀਂ ਆਇਆ। ਉਹਦਾ ਜਿਹੜਾ ਆਉਣ ਦਾ ਕਾਰਨ ਆ ਉਹ ਇਹ ਆ ਕਿ ਮੈਨੂੰ ਮੁਕਤੀ ਦੀ ਖੁਸ਼ੀ ਦਾ ਹੈ। ਉਹ ਨਬੀ ਜੋ ਉਸ ਦੀ ਮੁਕਤੀ ਦੇ ਖੁਸ਼ੀ ਦੇ ਵਿੱਚ ਆਨੰਦ ਮਨਾ ਰਹੇ ਆ, ਉਹ ਉਸ ਦੀ ਗੱਲ ਆ। ਮਨ ਨਾ ਲਾਓ ਕਿਸੇ ਵੀ ਚੀਜ਼ ਦੇ ਵਿੱਚ ਜੋ ਕੁਛ ਪ੍ਰਭੂ ਨੇ ਤੁਹਾਨੂੰ ਦੇ ਦਿੱਤਾ, ਕਿਉਂਕਿ ਸ਼ੈਤਾਨ ਉਸੇ ਚੀਜ਼ ਨੂੰ ਛੰਡਦਾ ਜਿਹਦੇ ਵਿੱਚ ਅਸੀਂ ਮਨ ਲਾ ਲੈਂਦੇ ਹਾਂ। That's exactly। ਸਿਰਫ ਉਹਨੇ ਉਹੀ ਚੀਜ਼ ਫੜਨੀ ਆ ਜਿਸ 'ਚ ਮੇਰਾ ਮਨ ਲੱਗਾ ਆ, ਜਿਸ 'ਚ ਮੇਰਾ ਮਨ ਲੱਗਾ ਆ। ਜਿਹੜੀ ਚੀਜ਼ ਮੈਂ ਦੱਸ ਦਿੱਤੀ ਕਿ ਉਹਦੀ ਆ, ਦੇਣੀ ਦੇ ਰੱਖਣੀ ਆ ਦੇ ਰੱਖੇ, ਲੈ ਕੇ ਜਾਣੀ ਤੇ ਲੈ ਜਾਵੇ, ਸੋ ਵਾਟ। ਉੱਦਾਂ ਦੇ ਉਸ ਸਮੇਂ ਦੇ ਵਿੱਚ ਨਹੀਂ, ਉਹ ਉਹਨਾਂ ਨੂੰ ਚੀਜ਼ਾਂ ਨੂੰ ਨਹੀਂ ਫੜਦਾ। ਕਿਹੜੀ ਚੀਜ਼ ਆ? Let me ask you this। ਕਿਹੜੀ ਚੀਜ਼ ਆ ਜਿਹੜੀ ਪ੍ਰਭੂ ਤੋਂ ਵੱਡੀ ਆ? ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਆ ਜਿਹੜੀ ਪ੍ਰਭੂ ਤੋਂ ਵੱਡੀ ਆ, ਜਿਹ 'ਚ ਮਨ ਲੱਗਾ ਆ, ਜਿਹਨੇ ਮੁਕਤੀ ਦੀ ਖੁਸ਼ੀ ਦੂਰ ਕੀਤੀ? ਕਿਹੜੀ ਚੀਜ਼ ਆ? ਅਸਲੀ ਪਾਪ ਉਹ ਆ।
That's the real sin. Let us pray. खड़े हो जाओ। आओ मेरा मन धो देना, यसु बिनती करूं बार बार। ਮੈਨੂੰ ਨਹੀਂ ਪਤਾ ਮਨ ਦੇ ਵਿੱਚ ਕਿਹੜਾ ਕੂੜਾ ਲੈ ਕੇ ਤੁਸੀਂ ਬੈਠੇ ਆ, ਮੈਨੂੰ ਆਪਣਾ ਪਤਾ ਮੇਰੇ ਮਨ 'ਚ ਕਿਹੜਾ ਕੂੜਾ ਹੈ। I don't know about yours, ਪਰ ਹੈਗਾ ਜ਼ਰੂਰ। ਨਹੀਂ ਤਾਂ ਐਡੀ ਵੱਡੀ ਮੁਕਤੀ ਦੀ ਖੁਸ਼ੀ ਤੋਂ ਅਸੀਂ ਦੂਰ ਰਹਿ ਜਾਈਏ? ਐਡੀ ਵੱਡੀ ਮੁਕਤੀ ਦੀ ਖੁਸ਼ੀ ਤੋਂ ਮੈਂ ਦੂਰ ਰਹਿ ਜਾਵਾਂ? ਔਰ ਦਿਨ ਭਰ ਉਹੀ ਕਾਲਪਨਿਕ ਹਾਲਤ ਦੇ ਵਿੱਚ ਜੀਵਾਂ, ਕਲਪਿਊ ਹਾਲਤ ਦੇ ਵਿੱਚ ਜੀਵਾਂ, ਸ਼ਾਂਤੀ ਤੋਂ ਦੂਰ ਜੀਵਾਂ, ਪ੍ਰਭੂ ਦੇ ਆਰਾਮ ਤੋਂ ਦੂਰ ਜੀਵਾਂ। How this can be? ਕੂੜਾ ਹੈਗਾ। ਪ੍ਰਭੂ ਦੇ ਬੰਦੇ ਨੇ ਬਹੁਤ ਪਿਆਰਾ ਇਹ ਭਜਨ ਲਿਖਿਆ। ਉਸਨੇ ਆਪਣੀ ਹਾਲਤ ਪ੍ਰਭੂ ਦੇ ਅੱਗੇ, ਆਪਣਾ ਦਿਲ ਖੋਲ ਕੇ ਉਹਨੇ ਪ੍ਰਭੂ ਦੇ ਅੱਗੇ ਰੱਖਿਆ ਕਿ this is me, oh Lord, have mercy। ਔਰ ਉਹ ਦੁਆ ਇਹ ਕਰ ਰਿਹਾ ਕਿ ਮੇਰਾ ਮਨ ਧੋ ਦੇਣਾ, यसु बिनती करूं बार बार। आओ मेरे नाल इस दुआ नूं खाओ और प्रभु नूं बरकत दिओ और अपना कूड़ा उसके चरनां दे विच रखो। ताना वो इंसान जिहड़ा प्रभु दे वचन दे विच लिखदा कि जिहड़े अथरूआं नाल बीजदे आ ओही फसल दी भरियां पाई वापस आउंदे आ। वो दुनियावी चीज़ां दे लई नहीं गए गल्लां लिखियां गईयां। असीं मूर्ख हां, असीं हरेक चीज़ नूं दुनियावी बना लैंदे। क्योंकि सानू उस नरक की अग का पता ही कुछ नहीं, जे तो प्रभु ने सानू बचाता। मूर्ख हाँ असीं। बड़ा सस्ता यसू नूं असीं कीता आ, बड़ा सस्ता उसके कलाम नूं कीता आ, बड़ा सस्ता उसकी सलीब नूं असीं कीता आ। मूर्ख हाँ असीं। पता नहीं किहड़ा कूड़ा लैके तुसीं बैठे आ। मैनू मेरा कूड़ा पता। आओ प्रभु नूं कहिए, उसनूं धो दे। मेरा मन मेरा मन धो देना, यसु बिनती मन मेरा हो गया पापों से मैला, मन मेरा हो गया पापों से मैला। मैं धोते धोते हुआ लाचार, यसु मैं धोते धोते हुआ लाचार, यसु बिनती करूं बार बार। मेरा मन धो देना, यसु बिनती करूं बार बार। मैंने भूल करी बड़ी भारी, मैंने भूल करी बड़ी भारी। आया नहीं मैं तुम्हारे द्वार, प्रभु आया नहीं मैं तुम्हारे द्वार, प्रभु बिनती करूं बार बार। मेरा मन धो देना, यसु बिनती करूं बार बार। बाइबल भीतर मैंने पाया, बाइबल भीतर मैंने पाया, तुम ही हो दिल के धोवनहार, प्रभु तुम ही हो दिल के धोवनहार, प्रभु बिनती करूं बार बार। मेरा मन धो देना, यसु बिनती
कहे इस पापी मन को, कृपा करो तुम दीजो निखार प्रभु, कृपा करो तुम दीजो निखार प्रभु, विनती करूं बार बार, मेरा मन दो देना यसु, विनती करूं बार बार, मेरा मन दो देना यसु, विनती करूं बार बार। ਆਪਣੇ ਮਨ ਨੂੰ ਇਸ ਵੇਲੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣ ਦਿਓ। ਖੁਦਾਵੰਦ ਨੇ ਤੁਹਾਨੂੰ ਜ਼ਰੂਰ ਦਿਖਾਇਆ ਹੋਏਗਾ ਕਿ ਕਿਹੜੀ ਚੀਜ਼ ਯਿਸੂ ਤੋਂ ਉੱਤੇ ਬਣੀ ਹੋ ਆ, ਕਿਹੜੀ ਚੀਜ਼ ਆ ਜਿਹੜੀ ਪ੍ਰਭੂ ਦੀ ਉਸ ਜਗ੍ਹਾ ਨੂੰ ਲੈ ਰਹੀ ਆ, ਕਿਹੜਾ ਦੇਵਤਾ ਆ। ਜਿਹੜਾ ਪ੍ਰਭੂ ਦੀ ਜਗ੍ਹਾ ਲੈ ਰਿਹਾ। ਬੱਚੇ ਦੇ ਵੀ ਦੇਵਤਾ ਬਣਿਓ ਆ, ਚੀਜ਼ਾਂ ਦੇ ਵੀ ਦੇਵਤਾ ਬਣੀਆਂ ਆ, ਜਿਨ੍ਹਾਂ ਨੂੰ ਮਾੜੀ ਜੀ ਸ਼ੈਤਾਨ ਉਂਗਲ ਲਾ ਕੇ ਸਾਨੂੰ ਉਸ ਮੁਕਤੀ ਦੀ ਖੁਸ਼ੀ ਤੋਂ ਦੂਰ ਕਰ ਰਿਹਾ। ਔਰ ਹਰ ਵੇਲੇ ਸਾਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ। ਅਯੂਬ ਦੀ ਜਿੱਤ ਹੋਈ ਕਿਉਂਕਿ ਪ੍ਰਭੂ ਪ੍ਰਭੂ ਰਿਹਾ, ਦੁਨਿਆਵੀ ਚੀਜ਼ਾਂ ਆਪਣੀ ਜਗ੍ਹਾ ਤੇ ਰਹੀਆਂ। ਹਬਕੂਕ ਦੀ ਜਿੱਤ ਹੋਈ ਕਿਉਂਕਿ ਪ੍ਰਭੂ ਪ੍ਰਭੂ ਰਿਹਾ, ਦੁਨਿਆਵੀ ਚੀਜ਼ਾਂ ਦੁਨਿਆਵੀ ਰਹੀਆਂ। ਸਦਰਕ ਮੀਸ਼ਕ ਅਬਦਨਗੋ ਦੀ ਜਿੱਤ ਹੋਈ ਕਿਉਂਕਿ ਜਿਸ ਮੁਕਤੀ ਦਾਤਾ ਦੀ ਖੁਸ਼ੀ ਦੇ ਵਿੱਚ ਉਹ ਖੁਸ਼ੀ ਮਨਾ ਰਹੇ ਸੀ, ਉਹ ਮੁਕਤੀ ਦਾਤਾ ਉਸ ਅੱਗ ਦੇ ਵਿੱਚ ਵੀ ਹਾਜ਼ਰ ਹੋ ਕੇ ਉਹਨਾਂ ਦੇ ਨਾਲ ਖੜਾ ਸੀ। ਕਿਹੜੀ ਚੀਜ਼ ਆ ਜਿਸ ਨੇ ਮੁਕਤੀ ਦੀ ਖੁਸ਼ੀ ਖੋਈ ਹੋਆ, ਮੁਕਤੀ ਦੀ ਕੀਮਤ ਖੋਈ ਹੋਆ, ਮੁਕਤੀ ਦੀ ਸ਼ਾਂਤੀ ਖੋਈ ਹੋਆ। ਪ੍ਰਭੂ ਜੀ, ਤੇਰੇ ਬੱਚਿਆਂ ਨੇ ਆਪਣੀ ਗੰਦਗੀ ਤੇਰੇ ਸਾਹਮਣੇ ਰੱਖੀ ਆ। ਔਰ ਤੇਰਾ ਵਚਨ ਦੱਸਦਾ ਕਿ ਸਿਵਾਏ ਤੇਰੇ ਤੋਂ ਹੋਰ ਕੋਈ ਸਾਡੇ ਪੈਰਾਂ ਨੂੰ, ਸਾਡੀ ਇਸ ਗੰਦਗੀ ਨੂੰ ਧੋਣ ਨਹੀਂ ਆਇਆ। ਸ਼ੁਕਰ ਹੈ ਧਾਰਮਿਕ ਗੱਲਾਂ ਦੇ ਲਈ ਸਭ ਨੇ ਕੀਤੀਆਂ, ਧਾਰਮਿਕ ਗ੍ਰੰਥਾਂ ਦੇ ਲਈ ਸਭ ਨੇ ਦਿੱਤੇ, ਧਾਰਮਿਕ ਪ੍ਰਚਾਰਕਾਂ ਦੇ ਲਈ ਸਭ ਪਾਸੇ ਖਿਲ ਰਹੇ ਹੋ, ਪਰ ਸਿਵਾਏ ਤੇਰੇ ਗੰਦਗੀ ਕਿਸੇ ਨੇ ਨਹੀਂ ਚੁੱਕੀ। ਤੂੰ ਪਾਪੀ ਦੇ ਲਈ ਆਇਆ ਪ੍ਰਭੂ ਜੀ, ਔਰ ਪਾਪੀ ਦੇ ਲਈ ਆਪਣੀ ਜਾਨ ਦਿੱਤੀ ਆ, ਔਰ ਪਾਪ ਤੋਂ ਛੁਟਕਾਰਾ ਦੇਣ ਦੇ ਲਈ ਤੂੰ ਸਾਡੇ ਲਈ ਇਹ ਸਭ ਕੁਝ ਕੀਤਾ ਔਰ ਸਾਨੂੰ ਮੁਕਤੀ ਦਿੱਤੀ ਆ। ਇਸ ਮੁਕਤੀ ਦੀ ਖੁਸ਼ੀ ਦੇ ਨਾਲ ਅੱਜ ਤੂੰ ਸਾਨੂੰ ਆਪਣੇ ਘਰੋਂ ਭਰ ਕੇ ਘੱਲੀ, ਔਰ ਸਾਰੀ ਸੰਗਤ ਕਹੇ हे ਮੇਰੇ ਮਾਲਕ, ਤੂੰ ਸਾਡੇ ਤੇ ਰਹਿਮ ਕਰ। ਤੇਰੇ ਬੱਚਿਆਂ ਦਿੱਤੇ ਹੋਏ ਬੱਚਿਆਂ ਲਈ ਸ਼ੁਕਰ ਆ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰ ਆ, ਤੇਰੇ ਦਿੱਤੇ ਹੋਏ ਘਰਾਂ ਦੇ ਲਈ ਸ਼ੁਕਰ ਆ, ਤੇਰੇ ਦਿੱਤੇ ਹੋਏ ਖੇਤਾਂ ਲਈ ਸ਼ੁਕਰ ਆ, ਤੇਰੇ ਦਿੱਤੇ ਹੋਏ ਕਾਰਾਂ ਦੇ ਲਈ ਸ਼ੁਕਰ ਆ। ਸਾਡੇ ਤੇ ਰਹਿਮ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਸਿਰਫ ਇਹਨਾਂ ਦੀ ਜਗ੍ਹਾ ਦਈਏ, ਇਹ ਸਾਡੇ ਤਾਬੇ ਰਹਿਣ, ਅਸੀਂ ਇਹਨਾਂ ਦੇ ਤਾਬੇ ਨਾ ਆ ਜਾਈਏ। ਅਸੀਂ ਕਿਤੇ ਇਹਨਾਂ ਦਾ ਮਾਣ ਨਾ ਕਰਨ ਲੱਗ ਪਈਏ, ਇਹ ਸਾਡੇ ਤੇ ਰਾਜ ਕਰਨ ਨਾ ਲੱਗ ਪੈਣ। ਸੋ ਸਾਨੂੰ ਤੂੰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ, ਔਰ ਸਾਰੀ ਸੰਗਤ ਕਹੇ ਸਾਡੇ ਮਨ ਨੂੰ ਧੋ, ਸਾਫ਼ ਕਰ, ਇਸ ਦੇ ਵਿੱਚ ਆਪਣੀ ਵਰਸ਼ਿਪ ਭਰ, ਕਿਉਂਕਿ ਤੂੰ ਯੋਗ ਆ।
ਸਾਨੂੰ ਆਪਣੀ ਖੁਸ਼ੀ ਦੇ ਨਾਲ ਭਰ, ਜੋ ਮੁਕਤੀ ਦੀ ਖੁਸ਼ੀ ਆ। ਆਪਣੀ ਉਪਾਸਨਾ ਦੇ ਨਾਲ ਭਰ, ਜੋ ਕਿ ਪ੍ਰਭੂ ਜੀ ਤੇਰੀ ਆ। ਜਦ ਸ਼ੈਤਾਨ ਪ੍ਰਭੂ ਜੀ ਇਹ ਚੀਜ਼ਾਂ ਸਾਡੇ ਤੇ ਲੈ ਕੇ ਆਈਏ, ਅਸੀਂ ਹੋਰ ਤੇਰੇ ਵੱਲ ਨੂੰ ਦੌੜੀਏ ਔਰ ਉਸਨੂੰ ਉਹ ਜਗ੍ਹਾ ਦਈਏ ਜੋ ਹਾਰੀ ਹੋਈ ਜਗ੍ਹਾ ਆ, ਜੋ ਉਸ ਦੀ ਬਣਦੀ ਆ, ਕਿ ਤੂੰ ਪ੍ਰਭੂ ਨਹੀਂ, ਪ੍ਰਭੂ ਆ। ਸਾਨੂੰ ਇਹਨਾਂ ਚੀਜ਼ਾਂ ਦੇ ਲਈ ਬੁੱਧ ਦੇ, ਬਲ ਦੇ, ਤਾਕਤ ਦੇ ਔਰ ਯਸੂ ਦੇ ਨਾਂ 'ਚ ਮੰਗਦੇ। ਔਰ ਸਾਰੀ ਸੰਗਤ ਕਹੇ, ਹੁਣ ਜੋ ਸਾਨੂੰ ਡਿੱਗਣ ਤੋਂ ਬਚਾ ਸਕਦਾ, ਜਿਸ ਨੇ ਆਪਣੀ ਜਾਨ ਦੇ ਕੇ ਸਾਨੂੰ ਜਾਨ ਦਿੱਤੀ, ਉਹ ਪ੍ਰਭੂ ਯਿਸੂ ਮਸੀਹ ਸਾਡੇ ਅੰਗ ਸੰਗ ਬਣਿਆ ਰਹੇ। ਬਾਪ ਦੀ ਨਿਗਾਹਬਾਨੀ ਔਰ ਪਵਿੱਤਰ ਆਤਮਾ ਦੀ ਭਰਪੂਰੀ ਦੇ ਨਾਲ ਅਸੀਂ ਉਸ ਦੇ ਘਰ ਤੋਂ ਜਾਈਏ। ਮੇਰੇ ਮਾਲਕ, ਤੂੰ ਆਪਣੀ ਸੰਗਤ ਦੇ ਨਾਲ ਬਣਿਆ ਰਹਿ। ਜਿਸ ਤਰ੍ਹਾਂ ਇਹਨਾਂ ਨੇ ਆਪਣੇ ਸਰੀਰਾਂ ਦੇ ਨਾਲ ਤੇਰੇ ਘਰ ਨੂੰ ਭਰਿਆ, ਤੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਪ੍ਰਭੂ ਜੀ ਆਉਣ ਵਾਲੇ ਹਫ਼ਤੇ ਨੂੰ ਔਰ ਇਹਨਾਂ ਦੇ ਘਰਾਂ ਨੂੰ ਭਰੀ। ਆਪਣੇ ਬੱਚਿਆਂ ਦੇ ਧਿਆਨ ਨੂੰ ਤੂੰ ਆਪਣੇ ਵੱਲ ਨੂੰ ਲਾ ਕੇ ਰੱਖੀ। ਇਹਨਾਂ ਦੇ ਮਨ ਦੇ ਵਿੱਚ ਆਪਣੀ ਖੁਸ਼ੀ ਔਰ ਸ਼ਾਂਤੀ ਬਣਾ ਕੇ ਰੱਖੀ। ਜੋ ਦੁਆਵਾਂ ਤੇਰੇ ਘਰ ਦੇ ਵਿੱਚ ਕੀਤੀਆਂ, ਉਹਨਾਂ ਨੂੰ ਪੂਰੀਆਂ ਕਰੀ ਔਰ ਤੇਰੀ ਬਰਕਤ ਇਹਨਾਂ ਦੇ ਨਾਲ ਬਣੀ ਰਹੇ। ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਔਰ ਸਾਰੀ ਸੰਗਤ ਕਹੇ, ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ। ਅਸੀਂ ਹੁਣ ਬੈਠ ਕੇ ਖਾਵਾਂ ਪੀਵਾਂਗੇ। ਜੋ ਕੁਝ ਤੂੰ ਸਾਨੂੰ ਬਖਸ਼ਿਆ ਉਸ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ। ਆਪਣੀ ਕਮਾਈ 'ਚੋਂ ਤੇਰੇ ਘਰ ਲਈ ਦੇਵਾਂਗੇ। ਤੂੰ ਸਾਨੂੰ ਹਰ ਚੀਜ਼ ਦੇ ਵਿੱਚੋਂ ਬਰਕਤ ਦੇਈਂ। ਔਰ ਪ੍ਰਭੂ ਜੀ, ਪਰ ਸਭ ਤੋਂ ਜ਼ਿਆਦਾ ਆਪਣੀ ਹਜ਼ੂਰੀ ਦੀ ਬਰਕਤ ਸਾਡੇ ਨਾਲ ਬਣਾ ਕੇ ਰੱਖੀ, ਮਸੀਹ ਯਿਸੂ ਦੇ ਨਾਮ 'ਚ, ਆਮੀਨ। ਖੁਦਾਵੰਦ ਤੁਹਾਨੂੰ ਆਪਣੀ ਸ਼ਾਂਤੀ, ਆਪਣਾ ਆਰਾਮ, ਆਪਣੇ ਪਿਆਰ ਦੇ ਨਾਲ ਭਰ ਕੇ ਰੱਖੇ। ਆਪਣੇ ਵਚਨਾਂ ਦੀ ਅਗਵਾਈ ਦੇ ਵਿੱਚ ਚੱਲਦਾ ਰੱਖੇ। ਬਲੈਸ ਯੂ ਆਲ। ਖੁਦਾਵੰਦ ਤੁਹਾਡੀ ਬਰਕਤ ਤੁਹਾਡੇ ਨਾਲ ਬਣੀ ਰਹੇ।